गुरु नानक पद पंकज बंदन पंकज बंदन सिमरो अंगद दुख निकंदन गुरु अमर दास हृदय नित त्याऊँ नित त्याऊँ। श्री गुरु रामदास गुण गाऊँ। गुरु अर्जन विघ्नन के नाशक विघ्नन के नाशक श्री हर गोबिंद सुमत परगासक श्री हर राय नमो कर जोरी नमो कर जोरी श्री हर कृष्ण मनाऊं बहोरी गुरु तेग बहादुर परम कृपाला परम कृपाला श्री गुरु गोबिंद सिंह विशाला तरो तरा पर पुन पुन सीसा पुन पुन सीसा बंदो बार बार जगदीशा एक ओंकार सतगुरु प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। दोहरा कल की तर सतगुरु की बात बात में बात जो साध सिद्ध होत तिस निष्कलंक जिम तात। वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनों, रोजाना की तरह पातशाह जी की अपार किरपा बख्शिश का सदका पिछले पैरों के दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जोड़ना करिए जी। आप विचारा सरवण कर रहे सी जदों धन धन श्री गुरु गोबिंद सिंह महाराज जी ने हुक्मनामे भेज के संगतां तो शुद्ध सोना मंगाया और कुछ समय दे विच ही इतना सोना एकत्र हो गया कि जिसका कोई हिसाब किताब नहीं। खजानची ने सारा एक थां ते एकत्र कर दिता है और सिख संगतां जिन्हां ने सोचिया सी भी आपां सतगुरां दे लई सोने का बंगला बनावांगे, वो भी खुश हो रही भी सोना तो आ गया। हुण सतगुर जी दे हर गल विच कोई ना कोई उपदेश लुकिया है, छुपिया है। भाई साहब जी लिखते हैं कि कलगीधर सतगुरु की बात बात में बात। सतगुर जी के हर कौतक विच, हर साखी विच, हर गल विच कोई ना कोई रमज है। इस गल विच की रमज है कि सतगुरां ने संगतां कोलों एट ए टाइम सोना मंगाया, वो भी शुद्ध, जिहड़ा उस वेले सब तो महंगा 21 रुपये तोला सोना सी। ते अज तोला जे आपां 21,000 नूं भी लाइए तोला ते 21,000 गुणा जिहड़ा है ਉਹਦਾ ਮੁੱਲ ਵੱਧ ਗਿਆ। ਫਿਰ ਦੇਖਦੇ ਹਾਂ ਕਿੰਨਾ ਸੋਨਾ ਇਕੱਠਾ ਹੋਇਆ, ਪਾਤਸ਼ਾਹ ਦੱਸ ਦੇਣ। ਔਰ ਪਾਤਸ਼ਾਹ ਜੀ ਦੇ ਇਸ ਕੌਤਕ ਦੇ ਵਿੱਚ ਕਹਿੰਦੇ ਉਹੀ ਚੀਜ਼ ਹੈ ਜਿਵੇਂ ਕਿਸੇ ਸੋਨੇ ਨੂੰ ਸ਼ੁੱਧ ਕਰਨ ਵਾਸਤੇ ਉਹਦੇ ਵਿੱਚ ਪਾਰਾ ਤੇ ਹੋਰ ਅਨੇਕਾਂ ਚੀਜ਼ਾਂ ਪਾਈਆਂ ਜਾਂਦੀਆਂ। ਇਸੇ ਤਰ੍ਹਾਂ ਗੁਰੂ ਜੀ ਦੇ ਅਨੇਕਾਂ ਉਪਦੇਸ਼ਾਂ ਦੇ ਵਿੱਚ ਕੋਈ ਨਾ ਕੋਈ ਖਾਲਸੇ ਪੰਥ ਨੂੰ, ਸਿੱਖ ਸੰਗਤਾਂ ਨੂੰ शुद्ध करने का ढंग है। तो आओ ये विचार नूं अगे आरंभ करते हाँ। कल आपां सरवण कीता सी कि खजाने दे विच भई 71 लखमी भारी न तिसते कुछ काज सुधारी। वो लिया के मंगा के रख दिता, कई महीने लंघ गए,
ਕੋਈ ਸਤਿਗੁਰ ਨੇ ਹੁਕਮ ਨਹੀਂ ਲਾਇਆ ਵੀ ਵਰਤਣੀ ਕਿੱਥੇ ਆ, ਕਿੱਥੇ ਲਾਉਣੀ ਹੈ ਮਾਇਆ। ਹੁਣ ਅੱਗੇ ਕੀ ਹੁੰਦਾ ਹੈ, ਇਹ ਵਿਚਾਰ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਲਗੀ ਤਰ ਸਤਿਗੁਰੂ ਕੀ ਬਾਤ ਬਾਤ ਮੈਂ ਬਾਤ। ਸਤਿਗੁਰੂ ਪਾਤਸ਼ਾਹ ਜੀ ਦੀ ਹਰੇਕ ਗੱਲ ਦੇ ਵਿੱਚ ਕੋਈ ਨਾ ਕੋਈ ਰਾਜ ਹੁੰਦਾ ਹੈ, ਕੋਈ ਰਮਜ ਹੁੰਦੀ ਹੈ। ਜੋ ਸਾਧ ਸਿਧ ਹੋਤ ਤਿਸ ਨਿਸ਼ਕਲੰਕ ਜਿਮ ਧਾਤ। ਜਿਸ ਤਰ੍ਹਾਂ ਧਾਤੂ ਸੋਨੇ ਚਾਂਦੀ ਆਦਿ ਨੂੰ ਸੋਧਿਆ ਜਾਂਦਾ ਹੈ, ਉਸੇ ਤਰ੍ਹਾਂ ਹੀ ਸਤਿਗੁਰੂ ਇੱਦਾਂ ਦੇ ਕੌਤਕ ਕਰਕੇ ਕੇਵਲ ਤੇ ਕੇਵਲ ਮਨੁੱਖ ਨੂੰ ਸ਼ੁੱਧ ਕਰਨਾ ਚਾਹੁੰਦੇ ਹੈ, ਸੰਗਤ ਨੂੰ ਸੁਧਾਰਨਾ ਚਾਹੁੰਦੇ ਹੈ। ਇਸ ਕਰਕੇ ਆਪੇ ਸੇਵਾ ਲਾਈਨ ਤੇ ਫਿਰ ਜੇ ਕੋਈ ਸੇਵਾ ਕਰਦਾ ਹੈ ਫਿਰ ਆਪੇ ਬਖਸ਼ ਕਰੇ। ਸਭਨਾ ਕਾ ਮਾਂ ਪਿਓ ਆਪੇ ਸਾਰ ਕਰੇ। ਮੇਰੇ ਪ੍ਰੀਤਮ ਜੀ ਇਸ ਤਰ੍ਹਾਂ ਸੰਗਤਾਂ ਦਾ ਉਧਾਰ ਕਰਨ ਦੇ ਵਿੱਚ ਹੀ ਲੱਗੇ ਹੋਏ ਹਨ। ਇਸ ਕੌਤਕ ਦੇ ਪਿੱਛੇ ਕੀ ਕਾਰਨ ਹੈ? ਪ੍ਰੀਤਮ ਜੀ ਕਹਿੰਦੇ ਹਨ, ਦੋਹਰਾ ਸਿੱਖ ਸੰਗਤ ਕੋ ਬਰਸ ਮਹਿ ਕੀਤਕ ਛਟ ਮੇ ਮਾਸ। ਉਸ ਤੋਂ ਬਾਅਦ ਵੀ ਸਿੱਖ ਸੰਗਤਾਂ ਆ ਰਹੀਆਂ ਤੇ ਸੰਗਤ ਆ ਜਦੋਂ ਵੀ ਆਉਂਦੀ ਆ ਆਪਣੇ ਗ੍ਰਹਿ ਇਕੱਠਾ ਕੀਤਾ ਦਸਵਾਂ ਦਸੌਂਧ ਜਾਂ ਉਸ ਦਸੌਂਧ ਦੀਆਂ ਖਰੀਦੀਆਂ ਹੋਈਆਂ ਵਸਤੂਆਂ ਲੈ ਕੇ ਆਉਣਾ ਕਰਦੀ ਹੈ। ਤਾਂ ਕੋਈ ਸਾਲ ਬਾਅਦ ਆਉਂਦਾ, ਕੋਈ 6 ਮਹੀਨਿਆਂ ਬਾਅਦ ਆਉਂਦਾ ਹੈ। ਆਵੇ ਅਰਪੇ ਪਾਏ ਫਲ ਹੋਤ ਵਿਸਾਲ ਪ੍ਰਕਾਸ਼। ਆਉਂਦਾ ਹੈ, ਸੰਗਤ ਪ੍ਰਾਪਤ ਕਰਦਾ ਹੈ, ਸੇਵਾ ਕਰਦਾ ਹੈ ਔਰ ਆਪਣਾ ਵਿਸ਼ਾਲ ਫਲ ਪ੍ਰਾਪਤ ਕਰਦਾ ਹੈ ਗੁਰੂ ਦੇ ਕੋਲੋਂ। ਧਨ ਅਨਗਨਤ ਚਲਿਓ ਨਿਤ ਆਵਹਿ ਕੁਛ ਗਿਣਤੀ ਕਿਸ ਕੋ ਨਹਿ ਪਾਵਹਿ। ਉਸ ਤੋਂ ਬਾਅਦ ਵੀ ਸੰਗਤਾਂ ਬਹੁਤ ਸਾਰੀ ਮਾਇਆ ਜਾਂ ਸੋਨਾ ਜੋ ਰਹਿ ਗਏ ਹਨ ਉਹ ਵੀ ਲਈ ਆਉਂਦੇ ਹਨ, ਕੋਈ ਅੰਤ ਨਹੀਂ ਹੈ। ਇੱਕ ਦਿਨ ਬੈਠੇ ਗੁਰੂ ਕਿਰਪਾਲਾ ਲੀਲਾ ਅਚਰਜ ਕਰਹਿ ਵਿਸਾਲਾ। ਇੱਕ ਦਿਨ ਦੀ ਗੱਲ ਹੈ ਮੇਰੇ ਪ੍ਰੀਤਮ ਜੀ, ਬੈਠੇ ਹਨ, ਦੀਵਾਨ ਸਜਿਆ, ਸੰਗਤ ਬੈਠੀ ਹੈ। ਦਾਸਨ ਸੋਇ ਹੁਕਮ ਬਖਾਨਾ ਸਕਲ ਨਿਕਾਸੋ ਤੋਸੇ ਖਾਨਾ। ਬੈਠੇ ਬੈਠੇ ਕਹਿੰਦੇ ਸਿੱਖੋ, ਹਾਂ ਮਹਾਰਾਜ ਖਜ਼ਾਨਾ ਕਿੱਥੇ ਹੈ ਜੀ? ਖਜ਼ਾਨਾ ਖਜ਼ਾਨੇ 'ਚ ਹੀ ਪਿਆ, ਤੋਸੇ ਖਾਨੇ 'ਚ। ਕਹਿੰਦੇ ਸਾਰਾ ਕੱਢ ਲਿਆਓ। ਆਨ ਆਨ ਕਰ ਤਰੋ ਅਗਾਰੀ ਬਹੁ ਲਗ ਜਾਓ ਨਾ ਕਰੋ ਅਵਾਰੀ। ਕਈ ਜਣੇ ਜਾਓ ਤੇ ਗਠੜੀਆਂ ਬੰਨ੍ਹ ਕੇ ਪੋਟਲੀਆਂ ਬੰਨ੍ਹ ਕੇ ਮੇਰੇ ਕੋਲੇ ਲਿਆ ਕੇ ਰੱਖਣਾ, ਕਰੋ ਕਿੰਨਾ ਕਹਿ ਦੇਖੀਏ। ਸੁਣ ਆਗਿਆ ਕੋ ਕਰਤ ਨਿਕਾਸੇ ਜਰੀ ਬਾਪਤਾ ਮਲ ਮਲ ਖਾਸੇ। ਹੁਣ ਸਿੱਖ ਸੰਗਤਾਂ ਤੋਸ਼ੇ ਖਾਨੇ ਵਿੱਚ ਪਈ ਹਰੇਕ ਵਸਤੂ, ਸੋਨਾ ਚਾਂਦੀ ਹੀਰੇ ਜਵਾਹਰਾਤ ਅਤੇ ਕੀਮਤੀ ਕੱਪੜਿਆਂ ਦੇ ਥਾਨ ਪਾਤਸ਼ਾਹ ਕਹਿੰਦੇ ਸਾਰਾ ਕੁਝ ਚੱਕ ਲਿਆਓ ਖਜ਼ਾਨੇ ਦੇ ਵਿੱਚੋਂ ਤੇ ਲਿਆ ਕੇ ਵਿਖਾਓ ਕਿੰਨਾ ਕਹਿ। ਕਾਸ ਬਾਦਲਾ ਚਮਕਤ ਕਨੇ ਖੀਨ ਖਾਬ ਜਰ ਬੂਟੀ ਸਨੇ। ਔਰ ਸਿੱਖ ਸੰਗਤਾਂ ਨੇ ਲਿਆ ਕੇ ਬਾਹਰ ਰੱਖਣਾ ਸ਼ੁਰੂ ਕੀਤਾ। ਥਾਨਾਂ ਦੀ ਗੱਲ ਕਰਦੀ ਹੈ, ਕੱਪੜੇ ਦੀ। ਤਿੱਲੇ ਦਾ ਕੱਢਿਆ ਹੋਇਆ ਕੱਪੜਾ, ਉਹ ਤਿੱਲਾ ਵੀ ਸੁੱਚਾ ਹੁੰਦਾ ਸੀਗਾ, ਸੋਨੇ ਦੀਆਂ ਤਾਰਾਂ ਕੱਢ ਕੇ ਪਾਇਆ ਜਾਂਦਾ ਸੀਗਾ। ਸੋਨੇ ਦੀਆਂ ਤਾਰਾਂ ਨੂੰ ਤਿੱਲਾ ਕਹਿੰਦੇ ਆ। ਪੁਰਾਣੇ ਸਮਿਆਂ ਦੇ ਉਹ ਗੋਟੇ ਵੀ ਲੋਕ ਖਰੀਦ ਲੈਂਦੇ ਆ ਕਿਉਂਕਿ ਉਹਨਾਂ ਵਿੱਚ ਸੋਨੇ ਚਾਂਦੀ ਦੀਆਂ ਤਾਰਾਂ ਹੁੰਦੀਆਂ ਸੀ। ਅੱਜ ਕੱਲ੍ਹ ਤਾਂ ਪਿੱਤਲ ਦਾ ਕੱਢ ਕੇ ਪਾਇਆ ਹੋਇਆ, ਕੋਈ ਸਤਨਾਮ ਸੀ। ਤਾਂ ਤਿੱਲੇ ਦੇ ਕੱਢੇ ਹੋਏ ਥਾਨਾਂ ਦੇ ਥਾਨ, ਰੇਸ਼ਮ ਦੇ ਥਾਨ ਅਤੇ ਬਾਦਲੇ ਦੇ ਥਾਨ, ਇਹ ਬਾਜ਼ਾਰ ਪੁਰਾਣੀਆਂ ਬਜ਼ੁਰਗ ਮਾਈਆਂ ਨੂੰ ਪਤਾ ਹੈ ਬਾਦਲਾ ਕੀ ਹੁੰਦਾ ਹੈ, ਉਹ ਕੱਪੜੇ ਦਾ ਨਾਂ ਹੈ। ਔਰ ਸੋਨੇ ਚਾਂਦੀ ਦੀਆਂ ਤਾਰਾਂ ਦੇ ਨਾਲ ਬੁਣੇ ਹੋਏ ਇਹ ਕੱਪੜੇ ਜਿਹਨੂੰ ਬਾਫਤਾ ਕਹਿੰਦੇ ਆ, ਚਮਕਦਾ ਸੀਗਾ। ਖੀਨ ਖਾਬ ਆਦਿ, ਜਰੀ ਆਦਿ, ਜਿਹਦੇ ਨਾਲ ਬੂਟੀਆਂ ਪਾਈਆਂ ਹਨ ਕੱਪੜਿਆਂ ਵਿੱਚ, ਲੈ ਆਂਦਾ ਜੀ। ਭਾਰ ਉਠਾਵਤ ਲੈ ਲਿਆਵੈ ਸ਼੍ਰੀ ਸਤਿਗੁਰ ਕੇ ਅਗਰ ਟਿਕਾਵੈ। ਔਰ ਖਜ਼ਾਨਚੀ ਨੇ ਖਜ਼ਾਨਾ ਖੋਲ ਦਿੱਤਾ ਤੇ ਸਿੱਖਾਂ ਨੇ ਖਜ਼ਾਨੇ ਵਿੱਚੋਂ ਸਮਾਨ ਚੱਕ ਚੱਕ ਕੇ ਦਰਬਾਰ ਵਿੱਚ ਸਾਹਮਣੇ ਲਿਆ ਰੱਖਿਆ ਹੈ ਜੀ। ਵਸਤਰਨ ਜਾਤ ਅਨੇਕ ਪ੍ਰਕਾਰੋ ਸਭ ਦੇਸ਼ਣ ਤੇ ਲਿਆਏ ਹਜ਼ਾਰੋ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਕੱਪੜੇ ਮੰਗਾਏ ਹਨ,
ਕਹਿੰਦੇ ਜਿੰਨੇ ਥਾਨ ਹੈ ਉਹ ਸਾਰੇ ਕੱਢ ਲਿਆਓ। ਅਨੇਕਾਂ ਤਰ੍ਹਾਂ ਦੇ ਵਸਤਰ ਕੱਢ ਲਿਆਂਦੇ ਜੇ। ਸੋ ਸਗਰੇ ਬਾਹਰ ਨਿਸਕਾਏ, ਜੁਦੇ ਜੁਦੇ ਕਰ ਗੁਰੂ ਦਿਖਾਏ। ਔਰ ਸੰਗਤਾਂ ਬੜੇ ਮਾਣ ਦੇ ਨਾਲ ਕਹਿ ਰਹੀਆਂ, ਪਾਤਸ਼ਾਹ ਜੀ ਆਹ ਦੇਖੋ ਆਹ ਥਾਨ ਕਿੱਡਾ ਕੀਮਤੀ ਹੈ, ਆਹ ਥਾਨ ਕਿੱਡਾ ਕੀਮਤੀ ਹੈ। ਕਹਿੰਦੇ ਠੀਕ ਆ, ਸੋਹਣਾ ਹੈ, ਰੱਖੀ ਜਾਓ ਇੱਥੇ। ਅਣਕ ਜਾਤ ਕੇ ਸੁੰਦਰ ਕਨੇ, 14 ਤੇ ਆਏ ਜਰਸਨੇ। ਬੜੇ ਸੁੰਦਰ ਕੱਪੜੇ ਆ ਮਹਾਰਾਜ। ਸਿੱਖ ਸੰਗਤਾਂ ਦਸ਼ਾਂ ਦਿਸ਼ਾਵਾਂ ਦੀਆਂ ਆਪੋ ਆਪਣੇ ਇਲਾਕਿਆਂ ਵਿੱਚ ਵੰਡਣ ਵਾਲੀਆਂ ਚੀਜ਼ਾਂ, ਕਿਉਂਕਿ ਉੱਥੇ ਸਸਤੀਆਂ ਵੀ ਹੁੰਦੀਆਂ। ਕਸ਼ਮੀਰ ਦਾ ਕੱਪੜਾ ਕਸ਼ਮੀਰੋਂ ਸਸਤਾ ਮਿਲਦਾ। ਇਸ ਤਰ੍ਹਾਂ ਜਿੱਥੇ ਜਿੱਥੇ ਜੋ ਵਸਤਰ ਬਣਦੇ ਸਨ, ਕੱਪੜੇ ਬਣਦੇ ਸਨ, ਆਪਣੇ ਇਲਾਕਿਆਂ 'ਚੋਂ ਲੈ ਕੇ ਆਉਂਦੇ ਅਤੇ ਅੱਜ ਸਿੰਘਾਂ ਨੇ ਤੋਸ਼ੇਖਾਨੇ 'ਚੋਂ ਕੱਢ ਕੇ ਪਾਤਸ਼ਾਹ ਦੇ ਸਾਹਮਣੇ ਰੱਖ ਦਿੱਤੇ ਜੇ। ਜਿਨਕੇ ਦੇਖਤ ਹੋਤ ਹੁਲਾਸ, ਮਨੋ ਦੇਤ ਕਰ ਅਧਿਕ ਪ੍ਰਕਾਸ਼। ਔਰ ਉਹਨਾਂ ਕੱਪੜਿਆਂ ਨੂੰ ਦੇਖ ਕੇ, ਥਾਨਾਂ ਨੂੰ ਦੇਖ ਕੇ ਸੰਗਤਾਂ ਨੂੰ ਬੜਾ ਹੁਲਾਸ ਚਾਅ ਚੜ੍ਹ ਰਿਹਾ ਹੈ ਵੀ ਕਿੱਡਾ ਕੀਮਤੀ ਸਮਾਨ ਹੈ ਸਾਡੇ ਘਰ ਦੇ ਵਿੱਚ। ਕਾਰੀਗਰ ਚਤਰਨ ਕੋ ਕਰੇ, ਸਭ ਦਿਖਾਏ ਕਰ ਆਗੇ ਧਰੇ। ਔਰ ਇਉਂ ਵੇਖੋ ਜੀ, ਆਹ ਤਾਂ ਕਿਸੇ ਕਾਰੀਗਰ ਨੇ ਬੜੀਆਂ ਜਚਾ ਕੇ ਬੂਟੀਆਂ ਪਾਈਆਂ, ਆਹ ਤਾਂ ਬੜਾ ਸੁੰਦਰ ਹੈ। ਸਤਿਗੁਰੂ ਨਾਲੇ ਮੁਸਕਰਾਈ ਜਾਂਦੇ ਆ, ਨਾਲੇ ਵੇਖੀ ਜਾਂਦੇ ਆ ਤੇ ਨਾਲੇ ਕਹੀ ਜਾਂਦੇ ਆ ਇੱਧਰ ਰੱਖ ਦਿਓ। ਬਾਹਰ ਜੌਨਪੁਰ ਆਦਿਕ ਜੇਤੇ, ਅਨਕੋ ਪਾਏ ਨ ਪਠਵਤ ਤੇਤੇ। ਔਰ ਜੌਨਪੁਰ ਇੱਕ ਇਲਾਕਾ ਹੈ, ਉਥੋਂ ਦੇ ਲੋਕਾਂ ਨੇ ਜਿਹੜੀਆਂ ਭੇਟਾਵਾਂ ਲਿਆਂਦੀਆਂ ਸਨ ਉਹ ਵੀ ਕੱਢ ਲਿਆਂਦੀਆਂ ਜੀ। ਆਤਰ ਫਲੇਲ ਵਿਸਾਲ ਤਹਾ ਕੋ, ਕਹਿ ਕਰ ਸੋ ਨਿਕਸਾਏ ਮਹਾ ਕੋ। ਉਥੋਂ ਦਾ ਸੈਂਟ ਬੜਾ ਮਸ਼ਹੂਰ ਸੀਗਾ, ਇਹਨੂੰ ਪਹਿਲਾਂ ਅਤਰ ਫਲੇਲ ਕਹਿੰਦੇ ਸੀਗੇ। ਤਾਂ ਉਥੋਂ ਦਾ ਜਿਹੜਾ ਸੈਂਟ ਹੁੰਦਾ ਸੀਗਾ ਫੁੱਲਾਂ ਦਾ ਕੱਢਿਆ ਹੋਇਆ ਰਸਕਸ, ਫੁਲੇਲ ਭਾਵ ਫੁੱਲਾਂ ਦਾ ਅਤਰ, ਉਹਨਾਂ ਦਾ ਰਸ ਸੈਂਟ ਮਤਲਬ ਬੜੇ ਕੀਮਤੀ ਕੀਮਤੀ ਲਿਆਂਦੇ ਸਨ। ਉਹ ਵੀ ਸਾਰੇ ਕਢਵਾ ਲਏ। ਇੱਕ ਦਿਨ ਦੀ ਗੱਲ ਹੈ, ਇੱਕ ਬੀਬੀ ਸੈਂਟ ਵੇਚਣ ਵਾਲੀ ਸੁਰਾਹੀ ਸੈਂਟ ਦੀ ਭਰੀ ਫਿਰਦੀ ਆ ਵੇਚਣ ਵਾਸਤੇ। ਉਹਨੇ ਵੀ ਗੁਰੂ ਸਾਹਿਬ ਦੀ ਮਹਿਮਾ ਸੁਣੀ ਕਿ ਉਹ ਸੰਗਤ ਵਿੱਚ ਆ ਗਈ। ਸੰਗਤ ਵਿੱਚ ਆਈ ਤੇ ਸਤਿਗੁਰਾਂ ਦਾ ਸੁੰਦਰ ਦਰਸ਼ਨ ਕੀਤੇ। ਮਨ ਸਤਿਗੁਰਾਂ ਦੇ ਨਾਲ ਮੋਹਿਆ ਗਿਆ ਉਸ ਦਾ। ਸੁਰਾਹੀ ਚੱਕ ਕੇ ਕੋਲੇ ਆ ਗਈ ਪਾਤਸ਼ਾਹ ਦੇ। ਮਹਾਰਾਜ ਕਿਰਪਾ ਕਰਿਓ। ਕਹਿੰਦੇ ਦੱਸੋ ਬੀਬੀ। ਮੈਂ ਤੁਹਾਡੇ ਚਰਨ ਥੱਲੇ ਕਰਿਓ। ਪਾਤਸ਼ਾਹ ਨੇ ਆਸਣ ਤੋਂ ਚਰਨ ਥੱਲੇ ਕਰ ਲਏ ਔਰ ਸੁਰਾਹੀ ਉਸਨੇ ਚੱਕ ਕੇ, ਜਿਹੜੀ ਬੜਾ ਕੀਮਤੀ ਸੈਂਟ ਸੀਗਾ, ਸਤਿਗੁਰਾਂ ਦੇ ਚਰਨਾਂ ਤੇ ਡੋਲ ਕੇ ਧੋਣੇ ਸ਼ੁਰੂ ਕੀਤੇ। ਕੋ ਸਤਨਾਮ। ਉਹ ਦੂਜੇ ਕਹਿੰਦੇ ਹੋਣਗੇ ਵੀ ਐਡਾ ਕੀਮਤੀ ਸੈਂਟ ਡੋਲਤਾ, ਪਰ ਉਹ ਦੱਸ ਰਹੀ ਹੈ ਕਿ ਮੇਰੇ ਸੈਂਟ ਤੋਂ ਕੀਮਤੀ ਗੁਰੂ ਦੇ ਚਰਨ ਹੈ। ਕੋ ਸਤਨਾਮ। ਤੇ ਅੱਜ ਗੁਰੂ ਸਾਹਿਬ ਜੀ ਨੇ ਉਹ ਕੀਮਤੀ ਸੈਂਟ ਜਿਹੜੇ ਸੰਗਤਾਂ ਨੇ ਆਪੋ ਆਪਣੇ ਇਲਾਕਿਆਂ ਦੇ ਲਿਆ ਕੇ ਦਿੱਤੇ ਨੇ, ਉਹ ਵੀ ਮੰਗਵਾ ਲਏ ਜੀ। ਜਬੇ ਬ੍ਰਿੰਦ ਕੋ ਧਰਿਓ ਗਾਰੀ, ਦਾਸਨ ਪ੍ਰਤ ਸਤਿਗੁਰੂ ਉਚਾਰੀ। ਜਦੋਂ ਇਹ ਬ੍ਰਿੰਦ ਹੁੰਦਾ ਹੈ, ਬਹੁਤ ਸਾਰਾ ਸਮਾਨ ਦੀਵਾਨ ਵਿੱਚ ਇਕੱਠਾ ਕਰਕੇ ਰੱਖ ਦਿੱਤਾ ਸਾਹਮਣੇ ਲਿਆ ਕੇ। ਸਿੱਖਾਂ ਨੂੰ ਕਹਿੰਦੇ ਆਦਰ ਫਲੇਲਨ ਥਾਨ ਪਗੋਭੋ, ਤਾਸ ਬਾਦਲਾ ਅਧਿਕ ਜੋਭੋ। ਐ ਕਰੋ, ਇਹ ਸਾਰਾ ਸੈਂਟ ਥਾਨਾਂ ਤੇ ਛਿੜਕ ਦਿਓ, ਡੋਲ ਦਿਓ ਸਾਰਾ ਸੈਂਟ, ਮਤਲਬ ਥਾਨਾਂ ਤੇ ਲਾਓ। ਸੰਗਤਾਂ ਹੈਰਾਨ ਹੈ ਵੀ ਥਾਨਾਂ ਤੇ ਇੰਨਾ ਸੈਂਟ, ਪਰ ਹੁਕਮ ਮੰਨਣਾ ਪੈਣਾ। ਉਹਨਾਂ ਦੇ ਸਾਹਮਣੇ ਜਵਾਬ ਦੇਵੇ ਕਿਹੜਾ ਝੱਲੇ ਗੁਰੂ ਦੀ ਝਾਲਾ, ਜਿਵੇਂ ਬਚਨ ਹੈ। ਕਹਿੰਦੇ ਸਾਰੇ ਥਾਨਾਂ ਨੂੰ ਅਤਰ ਫਲੇਲ ਨਾਲ ਭਿਉਂ ਦਿਓ। ਬੜੇ ਬੜੇ ਪੁਰਤੇ ਬੋਆਏ, ਕਹਿ ਕਰ ਅਤਰ ਫਲੇਲ ਪਿਗਾਏ। ਇਸ ਤਰ੍ਹਾਂ ਵੱਡੇ ਪੁਰੀ ਤੋਂ ਭਾਵ ਆਗਰੇ ਤੋਂ, ਦਿੱਲੀ ਤੋਂ, ਕਸ਼ਮੀਰ ਤੋਂ, ਸ਼ਿਮਲੇ ਤੋਂ ਜੋ ਕੀਮਤੀ ਸੈਂਟ ਆਏ ਸੀ ਉਹ ਵੀ, ਤੇ ਜਿਹੜੇ ਕੀਮਤੀ ਥਾਨ ਆਏ ਸੀ ਉਹ ਸਾਰੇ ਉਹਦੇ ਨਾਲ ਭਿਉਂ ਦਿੱਤੇ ਜੀ। ਦਾਸ ਸਮੀਪੀ ਬਿਸਮਤ ਜੋਵਤ, ਕਿਆ ਲੀਲਾ ਸਤਿਗੁਰ ਕੀ ਹੋਵਤ। ਸਿੱਖ ਸੰਗਤਾਂ ਹੈਰਾਨ ਹੈ ਵੀ ਕੀ ਕਰਨਗੇ ਹੁਣ, ਇਹ ਤਾਂ ਕੰਮ ਖਰਾਬ ਹੀ ਕਰਤਾ। ਸਾਰੇ ਥਾਣੇ ਭਿਉਂ ਦਿੱਤੇ, ਸੈਂਟ ਪਾ ਦਿੱਤਾ ਉੱਤੇ, ਪਤਾ ਨਹੀਂ ਹੁਣ ਗਾਹਾਂ ਕੀ ਕਰਨਗੇ। ਕਹਿ ਸਬਨ ਕੋ ਆਗ ਲਗਾਈ, ਜਰ ਥਰ ਭਸਮ ਭਈ ਤਿਸ ਥਾਈ। ਪਾਤਸ਼ਾਹ ਕਹਿੰਦੇ ਖੁੱਲੇ ਥਾਂ 'ਚ ਲਿਆਓ ਇਹਨਾਂ ਨੂੰ, ਉੱਥੇ ਧੁੱਪੇ ਜੇ ਵਿਹੜੇ 'ਚ ਲਿਆਂਦੇ ਤੇ ਵਿਹੜੇ 'ਚ ਰੱਖ ਕੇ ਇਕੱਠੇ ਕਰਕੇ ਢੇਰ ਲਾ ਕੇ ਕਹਿੰਦੇ ਸਿੱਖਾ ਅੱਗ ਲਾ ਦੇ ਇਹਨਾਂ ਨੂੰ। ਕੋ ਸਤਨਾਮ।
ਫਿਰ ਤਾਂ ਦਿਲ ਪੁੱਛਿਆ ਲੋੜੀ ਦਾ, ਪਰ ਉਹਨੂੰ ਤਾਂ ਕੋਈ ਪਰਵਾਹ ਨਹੀਂ, ਉਹ ਤਾਂ ਬੇਪਰਵਾਹ ਹੈ। ਇੱਕ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਯਾਦ ਆ ਗਈ ਵਿੱਚ, ਵਿਸਾਖੀ ਦਾ ਦਿਹਾੜਾ ਆ ਗਿਆ ਅਤੇ ਕਣਕ ਬੜੀ ਜੰਮੀ। ਕਰਤਾਰਪੁਰ ਸਾਹਿਬ ਵਿਖੇ ਖੇਤ ਸੀ ਨਾ ਬਾਬਾ ਜੀ ਦੇ ਨਾਲ ਜ਼ਮੀਨ ਦੇ, ਅਤੇ ਖੇਤੀ ਕਰਾਉਂਦੇ ਸੀ ਉੱਥੇ। ਇੱਕ ਸਾਲ ਦੇ ਵਿੱਚ ਕਣਕ ਨੇ ਇੰਨਾ ਝਾੜ ਦੇਣਾ ਸੀ, ਇੰਨਾ ਝਾੜ ਦੇਣਾ ਸੀ, ਦੂਰੋਂ ਛੱਟੇ ਵੇਖ ਕੇ ਬੜੇ ਲੰਮੇ ਅਤੇ ਮੋਟੇ ਦਾਣੇ ਲੱਗਦੇ ਸੀ। ਅਤੇ ਸੰਗਤਾਂ ਰੋਜ਼ ਕਹਿਣ ਬਾਬਾ ਜੀ ਐਤਕੀ ਕਣਕ ਆਪਣੀ ਬਹੁਤ ਝਾੜ ਦਿਓਗੀ। ਅੱਛਾ ਭਾਈ, ਚਲੋ ਸ਼ੁਕਰ ਹੈ। ਸਮਾਂ ਆਇਆ, ਪੀਲੀ ਹੋਈ ਕਣਕ ਵੱਢ ਕੇ ਪਾਤਸ਼ਾਹ ਕਹਿੰਦੇ ਸਾਰੀ ਇੱਕ ਥਾਂ ਇਕੱਠੀ ਕਰ ਲਓ ਭਾਈ। ਹੁਣ ਉਦੋਂ ਮਸ਼ੀਨਾਂ ਹੁੰਦੀਆਂ ਸਨ, ਇੱਕ ਥਾਂ ਢੇਰ ਲਾ ਕੇ ਕੱਢੇ ਜਾਂਦੇ ਸੀਗੇ, ਜਾਂ ਉਦੋਂ ਪਿੜ ਪੈਂਦੇ ਸੀ, ਪਿੜ ਦੇ ਨਾਲ ਗਾਹ ਕੇ ਕੱਢੀ ਜਾਂਦੀ ਸੀ ਕਣਕ। ਸਿੱਖਾਂ ਨੂੰ ਕਹਿੰਦੇ ਸਾਰੀ ਕਣਕ ਇੱਕ ਥਾਂ ਇਕੱਠੀ ਕਰ ਲਓ। ਸਿੱਖਾਂ ਨੇ ਮਿੰਟੋ ਮਿੰਟੀ ਵੱਢ ਕੇ ਸਾਰੀ ਕਣਕ ਦਾ ਢੇਰ ਇੱਕ ਥਾਂ 'ਤੇ ਲਾਤਾ। ਫਿਰ ਬੈਠੇ ਬੈਠੇ ਕਹਿੰਦੇ ਸਿੱਖੋ ਆਏ ਕਰੋ, ਇਹ ਕਣਕ ਨੂੰ ਅੱਗ ਲਾ ਦਿਓ। ਮਹਾਰਾਜ ਸਾਥੋਂ ਨਹੀਂ ਅੱਗ ਲੱਗਦੀ, ਕੋ ਸਤਨਾਮ। ਮਹਾ ਪੁੱਤਾਂ ਵਾਂਗੂ ਪਾਲੀ ਆ ਕਣਕ, ਲੰਗਰ ਕਾਹਲੀ ਚਲਾਵਾਂਗੇ? ਇਹ ਲੰਗਰ ਵਾਸਤੇ ਕਣਕਾਂ ਤਿਆਰ ਕੀਤੀਆਂ ਆਪਾਂ। ਨਹੀਂ ਮਹਾਰਾਜ ਐ ਨਾ ਕਰੋ, ਅੱਗ ਨਹੀਂ ਲਾਉਣੀ। ਕਈਆਂ ਨੂੰ ਕਿਹਾ, ਸਾਰਿਆਂ ਨੇ ਜਵਾਬ ਦੇਤਾ। ਕਹਿੰਦੇ ਲੈਣਿਆ ਕੀ ਇਰਾਦਾ ਹੈ? ਕਹਿੰਦੇ ਜਿਵੇਂ ਤੁਹਾਡੀ ਮਰਜ਼ੀ ਆ, ਕੋ ਸਤਨਾਮ। ਕਹਿੰਦੇ ਜਾ ਫਿਰ ਲਾ ਦੇ ਸਿੱਖ ਚੱਕੀ ਅੱਗ ਪਾਓ। ਸਿੱਖਾਂ ਤਾਂ ਉਦੋਂ ਨਹੀਂ ਸੀਗੀਆਂ, ਗੋਹੇ 'ਚ ਅੱਗ ਹੁੰਦੀ ਸੀ। ਚੱਕੀ ਅੱਗ ਤੇ ਕਣਕ ਦੇ ਵਿੱਚ ਛੱਡ ਦਿੱਤੀ, ਤੇ ਕਣਕ ਜਿਹੜੀ ਧੂੰ ਧੂੰ ਕਰਕੇ ਸਾਰੀ ਮੱਚ ਗਈ। ਕੋ ਸਤਨਾਮ। ਇਹੋ ਜਿਹੇ ਕੌਤਕ ਕਰਕੇ ਨਾ ਕਈ ਵਾਰੀ ਸੰਗਤਾਂ ਰੁੱਸ ਵੀ ਜਾਂਦੀਆਂ, ਤੇ ਕਈ ਵਾਰੀ ਬਾਬਿਆਂ ਨੂੰ ਕਮਲਾ ਕਹਿੰਦੀਆਂ। ਕੋ ਸਤਨਾਮ। ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਤੁਹਾਨੂੰ ਯਾਦ ਹੋਣਾ ਬਹਾਦਰ ਸ਼ਾਹ ਨੇ ਹੀਰਾ ਲਿਆ ਕੇ ਦਿੱਤਾ, ਗੋਦਾਵਰੀ ਦੇ ਕਿਨਾਰੇ ਬੈਠੇ ਆ। ਇਹਦਾ ਖਿਆਲ ਸੀਗਾ ਵੀ ਬੰਦੇ ਤਾਂ ਨਾ ਫੜਾਵਾਂ। ਬਾਬੇ ਦਾ ਬਚਨ ਹੋਇਆ ਸੀਗਾ ਵੀ ਤੂੰ ਸਾਡੇ ਦੋਸ਼ੀ ਫੜਾ ਦੀ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਮਾਰਿਆ, ਜਿਨ੍ਹਾਂ ਨੇ ਹੋਰ ਜੰਗਾਂ ਕੀਤੀਆਂ, ਅਸੀਂ ਉਹਨਾਂ ਨੂੰ ਸਜ਼ਾਵਾਂ ਦੇਣੀਆਂ, ਤੈਨੂੰ ਰਾਜ ਦਵਾ ਦਿਆਂਗੇ। ਕਹਿੰਦਾ ਜੀ ਮੈਨੂੰ ਰਾਜ ਦਵਾ ਦਿਓ, ਮੈਂ ਤੁਹਾਡੇ ਦੋਸ਼ੀ ਸਾਰੇ ਫੜਾ ਦੂੰਗਾ। ਅਤੇ ਜਦੋਂ ਰਾਜ 'ਤੇ ਬਹਿ ਗਿਆ, ਫਿਰ ਆਨਾਕਾਨੀ ਜੀ ਕਰਨ ਲੱਗਿਆ, ਮਹਾਰਾਜ ਜੀ ਜੇ ਮੈਂ ਆਏ ਤੁਹਾਨੂੰ ਵਜੀਦੇ ਵਰਗੇ ਜਰਨੈਲ ਫੜਾਉਣ ਲੱਗੇ ਆ ਮੰਤਰੀ, ਅਤੇ ਐਂ ਤਾਂ ਮੈਥੋਂ ਰਾਜ ਹੀ ਨਹੀਂ ਹੋਣਾ। ਫਿਰ ਇਹ ਸਾਰੇ ਮੇਰੇ ਖਿਲਾਫ ਹੋ ਜਾਣਗੇ ਲੋਕ। ਬਾਬਾ ਜੀ ਕੰਮ ਤਾਂ ਅਸੀਂ ਕਰ ਲਾਂਗੇ, ਆਪਦੇ ਬੰਦੇ ਤੋਂ ਵੀ ਕਰਵਾ ਲਾਂਗੇ, ਪਰ ਤੈਨੂੰ ਇੱਕ ਵਡਿਆਈ ਦੇਣੀ ਸੀ, ਤੇਰੇ ਪਿਓ ਦੀ ਕਰਤੂਤ ਸਾਫ਼ ਹੋ ਜਾਂਦੀ। ਕੋ ਸਤਨਾਮ। ਪਰ ਇਹ ਨਾ ਮੰਨਿਆ, ਕਹਿੰਦਾ ਮੈਂ ਰਾਜ ਕਰਨਾ। ਕਹਿੰਦੇ ਚਲ ਠੀਕ ਹੈ, ਤੇਰੀ ਮਰਜ਼ੀ ਹੈ। ਬਾਬਾ ਜੀ ਨੇ ਆਪ ਦਾ ਬੰਦਾ ਸਿੰਘ ਬਹਾਦਰ ਭੇਜ ਦਿੱਤਾ। ਇਹਨੇ ਗੁਰੂ ਸਾਹਿਬ ਨੂੰ ਖੁਸ਼ ਕਰਨ ਵਾਸਤੇ ਹੀਰਾ ਦਿੱਤਾ, ਅਤੇ ਪਾਤਸ਼ਾਹ ਹੀਰਾ ਵੇਖਦੇ ਰਹੇ। ਇੱਦਾਂ ਕਰਕੇ ਐਂ ਵੇਖਦਿਆਂ ਕਿਨਾਰੇ 'ਤੇ ਬੈਠੇ ਸੀ, ਅਤੇ ਹੱਥ ਇੱਦਾਂ ਕਰਤਾ, ਅਤੇ ਹੀਰਾ ਗੋਦਾਵਰੀ ਜਾਂਦਾ ਵੱਜਿਆ। ਮਹਾਰਾਜਾ ਕੀ ਕਰਤਾ? ਕਹਿੰਦੇ ਕਿਉਂ? ਮਾਰਾ ਬੜਾ ਕੀਮਤੀ ਹੀਰਾ ਸੀ। ਅੱਛਾ ਚੱਲ ਕੱਢ ਲਾ, ਇੱਥੇ ਪਿਆ ਹੋਣਾ ਨੇੜੇ। ਕੋ ਸਤਨਾਮ। ਜਦ ਉਹਨੇ ਹੱਥ ਮਾਰਿਆ ਅਤੇ ਉਹਦਾ ਬੁੱਕ ਉਹੋ ਜਿਹੇ ਕਈ ਹੀਰਿਆਂ ਨਾਲ ਭਰ ਗਿਆ। ਇੱਦਾਂ ਹੱਥ ਮਾਰਿਆ ਜਦੋਂ, ਬਾਬਾ ਜੀ ਕਹਿੰਦੇ ਆਪਦਾ ਕੱਢ ਲਾ, ਬਾਕੀ ਵਿੱਚ ਰੱਖ ਦੇ, ਸਾਡਾ ਖਜ਼ਾਨਾ ਹੈ। ਕੋ ਸਤਨਾਮ। ਉਹਦਾ ਹੰਕਾਰ ਭੰਗ ਕੀਤਾ। ਗੁਰੂ ਇਹਨਾਂ ਚੀਜ਼ਾਂ ਨਾਲ ਜੁੜਿਆ ਨਹੀਂ, ਪਰ ਕਦੇ ਕਦੇ ਇਹੋ ਜਿਹੇ ਕੌਤਕ ਕਰਕੇ ਸ਼ਾਇਦ ਸਾਨੂੰ ਕੋਈ ਉਪਦੇਸ਼ ਦਿੰਦੇ ਹਨ। ਕਹਿੰਦੇ ਸਾਰੇ ਥਾਨਾਂ ਨੂੰ ਅੱਗ ਲਵਾ ਦਿੱਤੇ ਜੇ, ਅਤਰ ਸਮੇਤ ਫੁਕਾਏ ਥਾਨ, ਜੋ ਪ੍ਰਾਪਤ ਹੋਏ ਮੋਲ ਮਹਾਨ। ਜਿਹੜੇ ਬੜੇ ਕੀਮਤੀ ਥਾਨ ਸਨ, ਕੱਪੜੇ ਸਨ, ਉਹਨਾਂ ਤੇ ਅਤਰ ਛਿੜਕ ਕੇ ਉਹਨਾਂ ਨੂੰ ਅੱਗ ਲਵਾ ਦਿੱਤੇ ਜੀ। ਤਿਨ ਤੇ ਨਿਕਸਿਓ ਰਜਤ ਕਨੇਰਾ, ਇਕੱਠੋ ਕਰਵਾਇਓ ਤਿਸ ਬੇਰਾ। ਫੇਰ ਕੀ ਹੋਇਆ? ਕਹਿੰਦੇ ਜਿਹੜੀ ਸਵਾਹ ਇਹਨੂੰ ਪਾਣੀ ਨਾਲ ਧੋ ਲਓ। ਧੋਤੀ ਗਈ, ਜਿਹੜਾ ਉਹ 'ਚ ਸੋਨਾ ਤੇ ਚਾਂਦੀ ਸੀਗਾ ਉਹ ਭਾਰੀ ਹੁੰਦਾ, ਉਹ ਸਾਈਡ 'ਤੇ ਹੋ ਗਿਆ, ਸਵਾਹ ਗਾਂਹ ਟੱਪ ਗਈ। ਕਹਿੰਦੇ ਕਾਫੀ ਸਾਰਾ ਉਹਨਾਂ ਥਾਨਾਂ ਵਿੱਚੋਂ ਸੋਨਾ ਚਾਂਦੀ ਨਿਕਲਿਆ। ਵੰਡ ਪੋਟ ਦੇ ਗੰਢ ਸਬਨ ਕੋ, ਹੁਕਮ ਮਨ ਦਾਸਨ ਤਰ ਤਿਨ ਕੋ। ਸਿੱਖਾਂ ਨੂੰ ਕਹਿੰਦੇ ਆ ਸੋਨਾ ਚਾਂਦੀ ਦੀਆਂ ਇੱਥੇ ਪੰਡ ਬੰਨ੍ਹ ਕੇ ਰੱਖ ਦਿਓ, ਕਿਉਂਕਿ ਥਾਨ ਕਿਹੜਾ ਕੋਈ 5-7 ਹੋਣਗੇ, ਪਤਾ ਨਹੀਂ ਢੇਰ ਲੱਗ ਗਿਆ ਹੁਣ। ਤੋ ਜਰੀ ਬਾਦਰੇ ਦੇ ਤਿੱਲੇ ਦੇ ਕੱਢੇ ਹੋਏ ਥਾਨ, ਤੇ ਉਹਨਾਂ ਵਿੱਚੋਂ ਸਾਰਾ ਸੋਨਾ ਚਾਂਦੀ ਅਲੱਗ ਕਰਕੇ ਬੰਨ ਕੇ ਰੱਖ ਦਿੱਤਾ ਜੀ। ਰਹਿਰ ਧਰਾਇ ਉਠੇ ਗੋਸਾਈ, ਨਹੀਂ ਕੋਸ਼ ਮੈਂ ਸੌਂਪ ਧਰਾਈ। ਔਰ ਇਹ ਨਹੀਂ ਕਿਹਾ ਕਿ ਸੋਨਾ ਚਾਂਦੀ ਖਜ਼ਾਨੇ 'ਚ ਰੱਖਿਆ ਹੋ, ਕਹਿੰਦੇ ਇੱਥੇ ਰੱਖ ਦਿਓ। ਤੇ ਆਪ
ਦੀਵਾਨ ਚੋਂ ਉੱਠੇ ਹਨ। ਏਮ ਚਰਿਤਰ ਕਰ ਸਦਨ ਮਜਾਰੇ ਬਦਨ ਪ੍ਰਫੁੱਲਤ ਬਹਿਰ ਪਧਾਰੇ। ਬਦਨ ਪ੍ਰਫੁੱਲਤ ਚੜ੍ਹਦੀ ਕਲਾ ਨਾਲ ਉਸੇ ਤਰ੍ਹਾਂ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ। ਸਾਡਾ ਤਾਂ ਹਾਲਤ ਹੈ ਜਬ ਕਛ ਪਾਵੇ ਤਬ ਗਰਭ ਕਰਤਾ ਹੈ ਮਾਇਆ ਗਈ ਤਬ ਰੋਵਣ ਲੱਗਦਾ ਹੈ। ਪਰ ਸਤਿਗੁਰ ਮੇਰਾ ਬੇਪਰਵਾਹ ਹੈ, ਉਹ ਕਿਸੇ ਨਾਲ ਜੁੜਿਆ ਹੋਇਆ ਨਹੀਂ। ਕੋ ਸਤਨਾਮ ਸੀ। ਤੋ ਉਸੇ ਤਰ੍ਹਾਂ ਉੱਠੇ ਔਰ ਆਪਣੇ ਮਹਿਲਾਂ ਵਿੱਚ ਚਲੇ ਗਏ। ਸਤ ਦਰਬ ਨਦੀ ਕਿਨਾਰੇ ਗਏ ਦਾਸਨ ਸਾਤ ਹੁਕਮ ਅਸ ਕਏ। ਔਰ ਫਿਰ ਘਰੋਂ ਵਾਪਸ ਆਏ ਤੇ ਕੁਝ ਸਿੱਖ ਸਾਥ ਹਨ। ਉਸ ਦਾਸ ਸੇਵਕ ਨਾਲ ਹੈ। ਚਲਦੇ ਚਲਦੇ ਸਤਲੁਜ ਦਰਿਆ ਦੇ ਕਿਨਾਰੇ ਤੇ ਆ ਗਏ। ਉਦੋਂ ਇਹ ਪੱਕਾ ਨਹੀਂ ਸੀ ਹੁੰਦਾ, ਇਹ ਪੱਤਣੀ ਹੁੰਦਾ ਸੀ ਦੋਨੇ ਪਾਸੇ। ਤਾਂ ਉਹਦੇ ਕਿਨਾਰੇ ਤੇ ਪਹੁੰਚ ਗਏ ਜੀ। ਏਕ ਹੱਥ ਪਰ ਜੇਠਾ ਪਾਣੀ ਤਾਹ ਪ੍ਰਿਅੰਕ ਡਸਾ ਭਵਾਨੀ। ਜਿੱਥੇ ਪਾਣੀ ਜਾਂ ਵਾਵਾ ਵਗਦਾ ਸੀਗਾ ਉੱਥੇ ਕਹਿੰਦੇ ਮੇਰਾ ਮੰਜਾ ਲੈ ਕੇ ਆਓ, ਇੱਕ ਇੱਥੇ ਬੈਠੀਏ ਕਿਨਾਰੇ ਜੇ ਤੇ ਕਰਕੇ ਪਲੰਗਾ ਢਵਾਇਆ ਤੇ ਬੈਠ ਗਏ ਜੀ। ਇਸ ਪਰ ਬੈਠੇ ਗੁਰ ਮਹਾਰਾਜ ਜੋਤ ਬਦਨ ਪਰ ਰਹੀ ਬਿਰਾਜ। ਚਿਹਰੇ ਤੇ ਚਮਕਾਰੇ ਪੈਂਦੇ ਐ ਅਲਾਹੀ ਨੂਰ ਦੇ। ਤਾਂ ਗੁਰੂ ਪਿਆਰਿਓ ਉਸ ਪਲੰਗੇ ਤੇ ਬੈਠ ਗਏ। ਹੁਣ ਕੀ ਕਹਿੰਦੇ ਆ? ਬਹੁਤ ਸਿੱਖ ਤਿਸ ਥਾਨ ਲਗਾਏ ਜਲ ਮੇ ਇੱਕ ਗਰਤ ਖਨਵਾਏ। ਮਹਾਰਾਜ ਜੀ ਗੱਲਾਂ ਤਾਂ ਹੋਰ ਚਲਾਉਣੀਆਂ ਸਿੱਖਾਂ ਨੇ, ਪਰ ਗੁਰੂ ਸਾਹਿਬ ਨੇ ਗੱਲ ਹੋਰ ਹੀ ਚਲਾ ਲਈ। ਕਹਿੰਦੇ ਕਈਆਂ ਲੈ ਕੇ ਆਓ। ਕਈਆਂ ਮਹਾਰਾਜ ਹਾਂ 5-7 ਸਿੰਘਾਂ ਤੋਂ 10 ਸਿੰਘਾਂ ਨੂੰ ਕਿਹਾ ਕਈਆਂ ਲਿਆਓ। ਕਈਆਂ ਲਿਆ ਕੇ ਕਹਿੰਦੇ ਐ ਥਾਂ ਦੇ ਉੱਤੇ ਪੱਤਣ ਦੇ ਵਿੱਚ ਪਾਣੀ ਦੇ ਕਰਕੇ ਡੂੰਘਾ ਜਿਹਾ ਇੱਕ ਟੋਹਾ ਪਟੋ ਜੀ। ਬਾਹਰ ਹੁਕਮ ਬਹੁਤਨ ਕੋ ਦੀਨਾ ਸਿੱਖ ਦਾਸਨ ਸੋ ਮਾਨਨ ਕੀਨਾ। ਹੁਣ ਸਤਿਗੁਰ ਦੇ ਬਚਨ ਨੂੰ ਕਿਹੜਾ ਮੋੜੇ? ਸਿੱਖਾਂ ਨੇ ਕਈਆਂ ਚੱਕੀਆਂ ਤੇ ਟੋਹਾ ਪਟਣਾ ਸ਼ੁਰੂ ਕਰ ਦਿੱਤਾ। ਜਿੱਥੇ ਪਾਣੀ ਵਗ ਰਿਹਾ ਸੀਗਾ ਉਸ ਜਗ੍ਹਾ ਦੇ ਉੱਤੇ ਮਿੱਟੀ ਕੱਢੀ ਜਾਂਦੀ ਹੈ, ਮਿੱਟੀ ਗਾਹਾਂ ਵਹੀ ਜਾਂਦੀ ਹੈ ਤੇ ਥੱਲੇ ਉਹਦੇ ਕਾਫੀ ਟੋਹਾ ਬਣ ਗਿਆ ਹੈ। ਕੰਚਨ ਮਹਾਰਾਜ ਬਨ ਜੋ ਕੋਸ ਵਿਖੇ ਤੇ ਆਨੋ ਜੋ। ਜਦੋਂ ਡੂੰਘਾ ਜਾਂ ਟੋਹਾ ਪੱਟ ਲਿਆ ਨਾ ਕਹਿੰਦੇ ਆਏ ਕਰੋ ਹੁਣ। ਪਰ ਹੁਣ ਕੀ ਹੁਕਮ ਹੈ? ਕਹਿੰਦੇ ਜਾਓ ਜਿਹੜਾ ਖਜ਼ਾਨੇ ਵਿੱਚ ਸੋਨਾ ਚਾਂਦੀ ਪਿਆ ਉਹਦੀਆਂ ਪੰਡਾਂ ਬੰਨ ਲਿਆਓ ਜੀ। ਸਿੱਖ ਸੈਕੜੇ ਲਗੇ ਹਜ਼ਾਰੇ ਕੰਚਨ ਪੋਟ ਬੰਦ ਸਿਰ ਧਾਰੇ। ਖਜ਼ਾਨਚੀ ਨੂੰ ਹੁਕਮ ਦੇਤਾ ਬਈ ਇਹਦੇ ਅੰਦਰ ਕੋਈ ਚੀਜ਼ ਰਹਿਣੀ ਨਹੀਂ ਚਾਹੀਦੀ। ਸਾਰੀਆਂ ਪੰਡਾਂ ਬੰਨ ਬੰਨ ਕੇ ਭੇਜਦੇ। ਲੈਣ ਲੱਗੀ ਆ ਸਿੱਖਾਂ ਦੀ। ਸੈਂਕੜੇ ਸਿੱਖ ਲੱਗੇ ਹੋਏ ਹਨ ਤੇ ਉਸ ਖਜ਼ਾਨੇ ਦੇ ਵਿੱਚ ਜੋ ਵੀ ਗੁਰੂ ਪਿਆਰਿਓ ਖਜ਼ਾਨਾ ਕੀਮਤੀ ਸੋਨਾ ਚਾਂਦੀ ਹੀਰੇ ਜਵਾਹਰਾਤ ਉਹਦੀਆਂ ਪੰਡਾਂ ਬੰਨ ਬੰਨ ਕੇ ਲਿਆਉਣ ਲੱਗੇ ਜੀ। ਜੋ ਚੌਦਸ ਤੇ ਕਹਿ ਮਗਵਾਇਓ ਅਪਰਹੁ ਤੋ ਸੋ ਸਕਲ ਅਨਾਇਓ। ਜਿਹੜਾ ਹੁਣੇ ਥੋੜੇ ਦਿਨ ਪਹਿਲਾਂ ਮੰਗਵਾਇਆ ਸੀਗਾ ਸੁਨੇਹੇ ਭੇਜ ਕੇ ਸ਼ੁੱਧ ਸੋਨਾ ਭੇਜੋ ਵਧੀਆ 21 ਰੁਪਏ ਤੋਲੇ ਵਾਲਾ ਕੁੰਦਨ ਦਾ ਹੋਵੇ। ਤੇ ਹੋਰ ਵੀ ਜਿਹੜਾ ਅੱਗੇ ਪਿੱਛੇ ਖਜ਼ਾਨਾ ਆਇਆ ਸੀਗਾ ਸਾਰਾ ਹੀ ਮੰਗਵਾਇਆ ਹੈ। ਮਹਾਰਾਜ ਤਪਨ ਸਿਰ ਤਰ ਲਿਆਵ ਹੈ ਗਰਤ ਗੁਰੂ ਆਗੇ ਤਹਿ ਪਾਵ ਹੈ। ਔਰ ਸੋਨੇ ਦੇ ਨਾਲ ਰਜਤਪਨ ਕਹਿੰਦੀ ਹੈ। ਚਾਂਦੀ ਦਾ ਸਿੱਕਾ ਉਦੋਂ ਚੱਲਦਾ ਸੀ, ਚਾਂਦੀ ਦਾ ਰੁਪਈਆ। ਚਾਂਦੀ ਦੇ ਰੁਪਈਆਂ ਦੀਆਂ ਪੰਡਾਂ ਵੱਲ ਲਿਆਂਦੀਆਂ, ਸੋਨੇ ਦੀਆਂ ਪੰਡਾਂ ਵੱਲ ਲਿਆਂਦੀਆਂ। ਕੀ ਕਰਨਾ ਮਹਾਰਾਜ? ਕਹਿੰਦੇ ਟੋਹੇ 'ਚ ਪਾ ਦਿਓ। ਕੋ ਸਤਨਾਮ ਸ੍ਰੀ ਵਾਹਿਗੁਰੂ। ਇਹਦੇ ਵਿੱਚ ਪਾ ਦਿਓ। ਖੋਲ ਕੇ ਪੰਡਾਂ ਸਾਰੀਆਂ ਵਿੱਚ ਉਲਟਾਈ ਜਾਂਦੇ ਐ। ਉਹ ਸਭ ਕੁਝ ਟੋਹੇ ਦੇ ਵਿੱਚ ਭਾਰੀ ਕਰਕੇ ਇਕੱਠਾ ਹੋਈ ਜਾਂਦਾ ਹੈ ਜੀ। ਕਰ ਸਲਤਾ ਲਗੋ ਲਾਰਾ ਇੱਕ ਆਵਤ ਇੱਕ ਜਾਤ ਸਿਧਾਰਾ। ਭਾਈ ਸਾਹਿਬ ਭਾਈ ਰਾਮ ਕੋਇਰ ਜੀ ਕਹਿੰਦੇ ਕੀ ਦੱਸਾਂ ਮੈਂ ਵਿੱਚ ਸੀਗਾ। ਲੈਣ ਲੱਗੀ ਦਰਿਆ ਤੋਂ ਲੈ ਕੇ ਖਜ਼ਾਨੇ ਤੱਕ ਲੈਣ ਲੱਗੀ ਪਈ ਹੈ। ਕੋਈ ਆ ਰਿਹਾ ਕੋਈ ਜਾ ਰਿਹਾ ਜਿਵੇਂ ਕੀੜੀਆਂ ਚੱਲਦੀਆਂ ਆਪਦੇ ਆਂਡੇ ਚੱਕ ਕੇ। ਆਏ ਪੰਡਾਂ ਦੀਆਂ ਪੰਡਾਂ ਚੱਕੀ ਆਉਂਦੇ ਆ ਸਿੱਖ। ਗੁਰੂ ਸਾਹਿਬ ਆਉਂਦੇ ਆ ਕੋਲੇ ਆਉਂਦੇ ਆ ਤੇ ਕਹਿੰਦੇ ਖੋਲ ਦਿਓ ਵਿੱਚ। ਸਾਰਾ ਖਜ਼ਾਨਾ ਖੱਡੇ ਦੇ ਵਿੱਚ ਟੋਹੇ ਵਿੱਚ ਸਿੱਟ ਰਹੇ ਹਨ। ਤੋਰੇ ਆਨ ਰਾਇਤ ਪਨ ਕੇਰੇ ਬਹੁਤ ਅਸ਼ਰਫੀ ਲੈ ਗੇਰੇ। ਤੋਰਾ ਭਾਵ ਤੋੜਾ। ਮਾਝੇ ਦੇ ਵਿੱਚ ਤੋੜਾ ਕਹਿੰਦੇ ਆ। ਛੋਟੀ ਥੈਲੀ ਨੂੰ ਗੱਟੇ ਨੂੰ 10 ਕਿਲੋ ਦਾ ਉਹਨੂੰ ਤੋੜਾ ਕਹਿੰਦੇ ਆ। ਕੋਈ ਸਤਨਾਮ ਸ੍ਰੀ ਵਾਹਿਗੁਰੂ। ਤੋ ਰੁਪਈਆਂ ਦੇ ਤੋੜਿਆਂ ਦੇ ਤੋੜੇ ਚੱਕੀ ਆਉਂਦੇ ਆ ਭਾਵ ਗੱਟੇ ਭਰ ਕੇ। ਔਰ ਇਸੇ ਤਰ੍ਹਾਂ ਹੀ ਅਸ਼ਰਫੀਆਂ ਸੋਨੇ ਦੀਆਂ ਮੋਹਰਾਂ ਵੀ ਬਹੁਤ ਆਈਆਂ ਸਨ।
ਉਹਨਾਂ ਦੇ ਵੀ ਤੋੜੇ ਭਰ ਲਿਆਂਦੇ ਹਨ। ਰਾਜਤ ਹੇਮ ਕੋ ਜਿਤੋ ਖਜ਼ਾਨਾ, ਸਿੱਖ ਹਜ਼ਾਰੋ ਸਿਰ ਤਰਿਆਨਾ। ਔਰ ਖਜ਼ਾਨਚੀ ਨੇ ਅੰਦਰੋਂ ਸਾਰੀ ਚਾਂਦੀ ਸਾਰਾ ਸੋਨਾ ਗੱਟੇ ਭਰ ਭਰ ਕੇ ਚੁਕਾ ਦਿੱਤਾ ਹੈ ਤੇ ਚੱਕੀ ਆਉਂਦੇ ਹਨ। ਬਾਹਰ ਹੁਕਮ ਸਤਿਗੁਰੂ ਬਖਾਨਾ, ਲਿਆਵੋ ਅਬ ਹੈ ਜਵਾਹਰ ਖਾਨਾ। ਜਦੋਂ ਸੋਨਾ ਚਾਂਦੀ ਸਾਰਾ ਉਸ ਟੋਹੇ ਵਿੱਚ ਪਾ ਦਿੱਤਾ, ਕਹਿੰਦੇ ਆ ਗਿਆ ਸਾਰਾ, ਕਹਿੰਦੇ ਹਾਂਜੀ, ਕਹਿੰਦੇ ਹੀਰੇ ਜਵਾਹਰਾਤ ਵੀ ਚੱਕ ਲਿਆਓ ਸਾਰੇ। ਲਿਆਵਣ ਲਾਗੇ ਮੁਕਤਾ ਹੀਰੇ, ਗੇਰੇ ਸਲਤਾ ਜਲ ਮਹਿ ਤੀਰੇ। ਔਰ ਉਹ ਵੀ ਲਿਆ ਕੇ ਉਸੇ ਟੋਹੇ ਵਿੱਚ ਸਤਲੁਜ ਦੇ ਕਿਨਾਰੇ ਤੇ ਜੋ ਬਹੁਤ ਵੱਡਾ ਪਟਾਇਆ ਹੈ ਪਾ ਰਹੇ ਹਨ। ਕੰਚਨ ਚਾਂਦੀ ਕੇ ਬਹੁ ਬਾਸਨ, ਹੇਮ ਜਰਾਉ ਲਿਆਏ ਸੁਦਾਸਨ। ਜਿਹੜੇ ਸਿੱਖਾਂ ਨੇ ਸੋਨੇ ਚਾਂਦੀ ਦੇ ਭਾਂਡੇ ਲਿਆਂਦੇ ਹੋਣਗੇ, ਗੁਰੂ ਸਾਹਿਬ ਵਿੱਚ ਪ੍ਰਸ਼ਾਦਾ ਛਕਿਆ ਕਰਨਗੇ। ਗੁਰੂ ਸਾਹਿਬ ਤਾਂ ਹੱਥੇ ਪ੍ਰਸ਼ਾਦਾ ਵੀ ਛਕ ਕੇ ਰੱਖ ਕੇ ਛਕ ਲੈਣ। ਗੁਰੂ ਪਿਆਰਿਓ, ਕਿਸੇ ਵੇਲੇ ਸ਼ਾਹੀ ਠਾਠ ਵੀ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਤੇ ਉਹ ਵੀ ਸਮਾਂ ਆਇਆ ਜਦੋਂ ਮਾਛੀਵਾੜੇ ਦੇ ਵਿੱਚ ਪੈਰਾਂ ਵਿੱਚ ਜੁੱਤੀ ਵੀ ਨਹੀਂ ਹੈ ਔਰ ਪੁੰਜੇ ਪਏ ਆ, ਥੱਲੇ ਕੱਪੜਾ ਵੀ ਨਹੀਂ ਹੈ, ਪਰ ਦੋਨਾਂ ਸਮਿਆਂ ਦੇ ਵਿੱਚ ਇੱਕੋ ਜਿਹੇ। ਮੇਰੇ ਪ੍ਰੀਤਮ ਜੀ ਕਹਿੰਦੇ ਹਨ, ਇਸ ਤਰ੍ਹਾਂ ਸਤਿਗੁਰ ਜੀ ਨੇ ਸੋਨੇ ਚਾਂਦੀ ਦੇ ਬਰਤਨ ਅਤੇ ਹੀਰੇ ਜਵਾਹਰਾਤ ਜੜਾਊ ਜੋ ਵੀ ਵਸਤੂਆਂ ਸਨ ਸਾਰੀਆਂ ਸਿੱਟ ਦਿੱਤੀਆਂ ਜੀ। ਡਾਰਤ ਹੈ ਸਭ ਗਰਤ ਮਜਾਰੇ, ਲੋਪ ਹੋਤ ਨੈ ਪਰੇ ਨਿਹਾਰੇ। ਇਸ ਤਰ੍ਹਾਂ ਸਾਰੇ ਦਰਿਆ ਵਿੱਚ ਸਿੱਟੀ ਜਾਂਦੇ ਹੈ, ਪਰ ਸਾਰਾ ਕੁਝ ਉਹ ਖੱਡੇ ਵਿੱਚ ਲੋਪ ਹੋਈ ਜਾਂਦਾ ਹੈ। ਇੰਨਾ ਕਿੱਡਾ ਡੂੰਘਾ ਖੱਡਾ ਜਿਹੜਾ ਕੁਝ ਦਿਸਦਾ ਨਹੀਂ, ਸਾਰਾ ਸਮਾਨ ਉਹ 'ਚ ਅਲੋਪ ਹੋਈ ਜਾਂਦਾ, ਮੁੜ ਕੇ ਦਿਸਦਾ ਨਹੀਂ। ਚੇਤਕ ਸਿੱਖ ਸੰਗਤ ਤਹਿ ਪਾਸ, ਕਰੇ ਕਾਰਜ ਜਿਮ ਹੁਕਮ ਪ੍ਰਕਾਸ਼। ਜਿੰਨੀਆਂ ਸਿੱਖ ਸੰਗਤਾਂ ਸਤਿਗੁਰਾਂ ਦੇ ਕੋਲ ਸਨ ਉਸ ਦਿਨ, ਸਾਰਿਆਂ ਨੂੰ ਜੋ ਹੁਕਮ ਲਾਉਂਦੇ ਐ ਉਹ ਬਜਾਉਣ ਲੱਗੇ ਜੀ। ਕੋਨੇ ਸਿਲਖਾ ਨਾਮ ਗਵਾਇਬ, ਬਹੁਤ ਮੋਲ ਕੇ ਸ਼ਸਤਰ ਸੁਹਾਇਬ। ਫੇਰ ਪਾਤਸ਼ਾਹ ਕਹਿੰਦੇ ਜਿਹੜੇ ਸਿਲਹ ਖਾਨਾ ਖੋਲੋ, ਭਾਵ ਜੀ ਦੇ ਵਿੱਚ ਸ਼ਸਤਰ ਪਏ ਹਨ ਕੀਮਤੀ, ਉਹ ਵੀ ਚੱਕ ਲਿਆਓ ਜੀ। ਕੰਚਨ ਮੁਸਤ ਜਲਾਬ ਜਵਾਹਰ, ਖੰਡੇ ਖੜਗ ਦੋ ਧਾਰੀ ਜਾਹਰ। ਕਹਿਣ ਲੱਗੇ ਇਹ ਸਾਰਾ ਖਜ਼ਾਨਾ ਵੀ ਚੱਕ ਲਿਆਓ ਜੀ। ਮੁਕਤਾ ਹੀਰੇ ਜਰੇ ਜੇ ਜੰਗ, ਇਸ ਪ੍ਰਕਾਰ ਕੇ ਅਨਕ ਨਿਖੰਗ। ਔਰ ਬਹੁਤ ਸਾਰੇ ਕਮਾਨ ਜਿਨ੍ਹਾਂ ਦੇ ਨਾਲ ਕੋਨਿਆਂ ਤੇ ਹੀਰੇ ਜਵਾਹਰਾਤ ਲੱਗੇ ਹੋਏ ਸਨ। ਬ੍ਰਿੰਦ ਸਰਾਸਨ ਕੀਮਤ ਮਹਾ, ਸਭ ਉਠਾਏ ਕਰ ਲਿਆਏ ਤਹਾਂ। ਵੱਡੇ ਵੱਡੇ ਕਮਾਨ, ਤੀਰਾਂ ਦੇ ਪੱਥੇ ਆਦਿ, ਇਹ ਵੀ ਸਾਰਾ ਕੁਝ ਚੱਕ ਲਿਆਂਦਾ ਜੀ। ਤਾਬਿਕ ਸਿੱਖ ਨੇ ਪੰਚ ਉਤਾਰਾ, ਕਟ ਲਪੇਟ ਕਰ ਡਾਬਿਓ ਸਾਰਾ। ਇੱਕ ਸਿੱਖ ਨੇ ਕੀ ਕੀਤਾ ਨਾ, ਕਮਾਨ ਜਦੋਂ ਲਿਆਂਦੇ, ਕਮਾਨਾਂ ਵਿੱਚੋਂ ਇੱਕ ਕਮਾਨ ਦੀ ਤੰਦੀ ਲਾ ਲਈ, ਰੱਸੀ ਉਹਦੀ ਲਾਹ ਲਈ, ਤੰਦੀ ਹੋਣੀ ਹੈ 2 ਮੀਟਰ ਦੀ, ਉਹ ਲਾਹ ਕੇ ਤੇ ਉਹਨੇ ਲੱਕ ਦੇ ਨਾਲ ਬੰਨ੍ਹ ਲਈ ਤੇ ਉੱਤੋਂ ਪਰਨਾ ਬੰਨ੍ਹ ਲਿਆ। ਤਾਂ ਗੁਰੂ ਸਾਹਿਬ ਕੀ ਕਹਿੰਦੇ, ਕੀਨ ਦਰਾਵਨ ਭਲੇ ਬਣਾਏ, ਬ੍ਰਿੰਦ ਸਰਾਸਨ ਡਾਰੇ ਆਏ। ਪਾਤਸ਼ਾਹ ਕਹਿੰਦੇ ਸਾਰਾ ਕੁਝ ਵਿਸੜ ਦਿਓ। ਉਹਨੇ ਸੋਚਿਆ ਵੀ ਯਾਰ ਤੰਦੀ ਲੈ ਲਈਏ ਆਪਾਂ, ਇੱਕ ਮੇਰੀ ਤੰਦੀ ਖਰਾਬ ਹੈ, ਦੂਜੇ ਕਮਾਨ ਦੀ ਆਪਾਂ ਚੜਾ ਲਾਂਗੇ, ਸਿੱਟ ਤਾਂ ਦੇਣੀ ਆ ਬਾਬੇ ਨੇ। ਉਹਨੇ ਉਹ ਤੰਦੀ ਖੋਲ ਕੇ, ਰੱਸੀ ਖੋਲ ਕੇ, ਕਮਾਨ ਦੀ ਮਤਲਬ ਮੈਂ ਰੱਸੀ ਕਹਾਂ ਸੌਖੀ ਸਮਝ ਆ ਜੂ, ਉਹਨੂੰ ਤੰਦੀ ਕਹਿੰਦੇ ਆ, ਜਿਹਦੇ ਵਿੱਚ ਤੀਰ ਨੂੰ ਲਾ ਕੇ ਛੱਡਦੇ ਆ। ਉਹ ਲੱਕ ਤੇ ਬੰਨ੍ਹ ਲਈ, ਲੁਕੋ ਲਈ। ਜਾਨੀ ਜਾਨ ਸਤਿਗੁਰਾਂ ਨੂੰ ਪਤਾ ਲੱਗ ਗਿਆ। ਅੰਤਰ ਜਾਮੀ ਨੇ ਸੋ ਜਾਨਾ, ਨਿਕਟ ਸਿੱਖ ਪਾ ਤਬਹੁ ਬਖਾਨਾ। ਕਹਿੰਦੇ ਉਰੇ ਆ, ਸਿੱਖ ਨੂੰ ਕਹਿੰਦੇ ਉਰੇ ਆ, ਹਾਂ ਮਹਾਰਾਜ ਕੀ ਹੁਕਮ ਹੈ। ਕਟ ਸੋ ਕਹਾ ਲਪੇਟਨ ਕਰਿਓ, ਸੁਣਤ ਬਾਕ ਕੋ ਸੋ ਉਰ ਡਰਿਓ। ਤੂੰ ਲੱਕ ਦੇ ਨਾਲ ਕੀ ਲਪੇਟਿਆ ਮੈਨੂੰ ਦੱਸ। ਉਹ ਡਰ ਗਿਆ ਵੀ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ। ਹੱਥ ਜੋਰ ਕਰ ਕੀਨਸ ਬਿਨਤੀ, ਸੁਨੋ ਪ੍ਰਭੂ ਮੈਂ ਠਾਨੀ ਗਿਣਤੀ। ਗਿਣਤੀ ਹੁੰਦੀ ਆ ਫੁਰਨਾ ਬਣਨਾ। ਕਹਿੰਦਾ ਮਹਾਰਾਜ ਮੈਂ ਸੋਚਿਆ ਸੀ, ਮਾਮਕ ਮਾਨ ਕੋ ਪੰਚ ਪੁਰਾਨਾ, ਸ਼ਸਤਰਨ ਸੰਗ ਲੜੇ ਜਿਸ ਥਾਨਾ। ਮੇਰੇ ਕਮਾਨ ਦੀ ਰੱਸੀ ਪੁਰਾਣੀ ਹੋਈ ਪਈ ਸੀ। ਮੈਂ ਸੋਚਿਆ ਵੀ ਕੱਲ ਨੂੰ ਲੜਾਈ ਦੇ ਵਿੱਚ
जियो रस्सी टुट ए गई। जे टूट जाए जिस बारी तबे चढ़ावो ए गुण तारे। आ कीमती रस्सी मैं इस करके रख लई, मैं आपदे कमान दे चढ़ा लऊंगा। रहत पंथ की नीत लड़ाई 14 बिखे शास्त्र समुदाय। और जंगा तो चलदियां रहिंदियां महाराज, इस करके मैं यह एक रस्सी ला लई सी। बोले सोडे कुल अवतांश ए पूजा की है सब अंश। ਹੁਣ ਇਹ ਗੱਲ ਵੇਖੋ ਕਿੰਨਾ ਇਹਦੇ ਵਿੱਚ ਉਪਦੇਸ਼ ਹੈ। ਕਹਿੰਦੇ ਜਿੰਨਾ ਵੀ ਸਮਾਨ ਹੈ ਇਹ ਚੜਾਵੇ ਦਾ ਹੈ। ਕਹੋ ਸਤਨਾਮ, ਇਹ ਪੂਜਾ ਦਾ ਹੈ। ਤੇ ਸਿੱਖ ਨੂੰ ਹੁਕਮ ਹੈ ਪੂਜਾ ਖਾਣੀ ਨਹੀਂ। ਕਹੋ ਸਤਨਾਮ। ਅਸੀਂ ਤਾਂ ਕੇਵਲ ਪੈਸਿਆਂ ਤੱਕ ਹੀ ਸੀਮਤ ਹਾਂ। ਗੁਰੂ ਤਾਂ ਕਹਿੰਦਾ ਇੱਥੋਂ ਦੀ ਕੋਈ ਵੀ ਚੀਜ਼ ਸਿੱਖ ਆਪਦੇ ਘਰੇ ਨਾ ਲੈ ਕੇ ਜਾਵੇ। ਇੱਕ ਵਾਰ ਦੀ ਗੱਲ ਹੈ, ਪੰਜਵੇਂ ਪਾਤਸ਼ਾਹ ਦੇ ਸਮੇਂ ਜਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ ਪੌੜ ਬਣ ਰਹੇ ਨੇ, ਤੇ ਇੱਕ ਬੀਬੀ ਆਪਣੇ ਘਰ ਵਾਲੇ ਸਿੱਖ ਨੂੰ ਕਹਿੰਦੀ ਐ ਕਰਿਓ ਜੀ, ਥੋੜਾ ਜਿਹਾ ਤੁਸੀਂ ਜਾਣਦੇ ਹੋ ਦਰਬਾਰ ਸਾਹਿਬ, ਹਾਂ ਕਿਲੋ ਕੁ ਸੀਮੈਂਟ ਪਾ ਆਪਣਾ ਚੂਨਾ ਪਾ ਲਿਆ ਭਾਂਡੇ 'ਚ ਲਿਫਾਫੇ 'ਚ ਕਿਸੇ 'ਚ। ਉਹ ਸਿੱਖ ਰੋਣ ਲੱਗਿਆ ਉੱਚੀ ਉੱਚੀ। ਉਹ ਕਹਿੰਦੀ ਮੈਂ ਤੁਹਾਨੂੰ ਕੀ ਕਹਿਤਾ, ਮਾਰੇ ਚੂਨੇ ਹੀ ਮੰਗੇ, ਆਪਣੇ ਘਰੇ ਖੱਡਾਂ ਚੂਹਿਆ ਨਹੀਂ ਉਹ 'ਚ ਪਾਉਣਾ ਸੀਗਾ। ਉਹ ਮਿਕਸ ਜਾਂ ਚੂਨਾ ਲਾਲ ਜੀ ਇੱਟ ਰਗੜੀ ਹੋਈ, ਜਿਹੜਾ ਇੱਥੇ ਲੱਗਦਾ ਕਿਲ੍ਹਾ ਸਾਹਿਬ 'ਚ ਇੱਦਾਂ ਬਣਦਾ ਸੀਗਾ, ਮਸਾਲੇ ਪਾ ਕੇ ਕਲੀ ਪਾ ਕੇ ਉਹ ਤਿਆਰ ਹੋ ਕੇ ਉਹਦਾ ਨਾਂ ਚੂਨਾ ਬਣ ਜਾਂਦਾ। ਉਹ ਸਿੱਖ ਰੋਣ ਲੱਗ ਪਿਆ। ਸਿੱਖਣੀ ਕਹਿਣ ਲੱਗੀ ਮੈਂ ਤੁਹਾਨੂੰ ਕੀ ਕਹਿਦਾ, ਇੰਨਾ ਕੁ ਚੂਨਾ ਹੀ ਤਾਂ ਮੰਗਾਇਆ ਭੋਰਾ ਕੁ ਬੁੱਕ। ਕਹਿਣ ਲੱਗਿਆ ਵੀ ਤੇਰਾ ਦਿਮਾਗ ਖਰਾਬ ਹੋ ਗਿਆ, ਤੇਰੇ ਅੰਦਰੇ ਫੁਰਨਾ ਆਇਆ ਤੇ ਆਇਆ ਕਿਉਂ। ਕੋ ਸਤਨਾਮ। ਚੂਨੇ ਦੀ ਘਾਟ ਨਹੀਂ ਉੱਥੇ, ਭਾਵੇਂ ਵੱਠਲ ਭਰ ਲਿਆਵਾਂ, ਪਰ ਤੂੰ ਇਹ ਗੱਲ ਸੋਚੀ ਕਿਵੇਂ ਵੀ ਗੁਰੂ ਘਰ ਦੀ ਵਸਤੂ ਮੈਂ ਘਰੇ ਲਿਆ ਕੇ ਵਰਤ ਲਾਂ। ਕੋ ਸਤਨਾਮ। ਉਹ ਕਹਿੰਦੀ ਗਲਤੀ ਹੋ ਗਈ। ਫਿਰ ਕਹਿੰਦੇ ਕਿਉਂ ਸੋਚਿਆ, ਇੱਦੋਂ ਮੁੜ ਕੇ ਜੇ ਇਹੋ ਜਿਹੀ ਗੱਲ ਕਰੀ ਹਿਸਾਬ ਲਾ ਲਈ, ਪਰ ਅਸੀਂ ਤਾਂ ਖੁੱਲੇ ਗੱਫੀ ਲੈ ਕੇ ਜਾਂਦੇ ਹਾਂ। ਕੋ ਸਤਨਾਮ। ਫਿਰ ਸਾਡਾ ਕੀ ਬਣੂਗਾ। ਗੁਰੂ ਸਾਹਿਬ ਕਹਿਣ ਲੱਗੇ ਇਹ ਸਾਰਾ ਹੀ ਚੜਾਵੇ ਦਾ ਮਾਲ ਹੈ, ਪੂਜਾ ਦਾ ਮਾਲ ਹੈ ਭਲਿਓ। ਇੱਕ ਸਮਾਨ ਸਭ ਸਿੱਖਨ ਕੋ ਹੈ, ਹੀਨ ਵੀਰਤਾ ਕਰਤੀ ਜੋ ਹੈ। ਇਹ ਜਿਹੜੀ ਪੂਜਾ ਦੀ ਅੰਸ਼ ਕੋਈ ਖਾਂਦਾ ਹੈ ਨਾ, ਉਹ ਸਿੱਖਾਂ ਦੇ ਵਿੱਚੋਂ ਜੋਸ਼ ਵੀਰਤਾ ਨੂੰ ਸੱਚਾਈ ਨੂੰ ਖਤਮ ਕਰ ਦਿੰਦਾ ਹੈ। ਇਹ ਪੂਜਾ ਦਾ ਸਮਾਨ ਸਿੱਖ ਜਦੋਂ ਕੋਈ ਨਿੱਜ ਵਾਸਤੇ ਵਰਤੇ, ਸੰਗਤ ਵਾਸਤੇ ਵਰਤ ਸਕਦੇ ਆ, ਲੰਗਰ ਚੱਲਣਗੇ, ਹੋਰ ਸਾਂਝੇ ਕੰਮਾਂ ਤੇ ਲਾ ਸਕਦੇ ਆ, ਪਰ ਜਦੋਂ ਕੋਈ ਆਪ ਦੀ ਖਾਲੀ ਕਰਾਂ ਮੇਰੇ ਵਰਗਾ ਕੱਲਾ ਉਹਦੇ ਵਾਸਤੇ ਲੈ ਕੇ ਜਾਵੇ, ਫੇਰ ਨਹੀਂ ਲੋਟ ਆਉਂਦਾ। ਕੋਈ ਸਤਨਾਮ ਕੋਈ ਵੀ। ਇਸ ਕਰਕੇ ਇਹਦੇ ਵਿੱਚ ਕਿੱਡਾ ਵੱਡਾ ਉਪਦੇਸ਼ ਹੈ। ਇੱਕ ਰੱਸੀ ਹੋਈ ਸੀਗੀ ਨਾ, ਪਰ ਪਾਤਸ਼ਾਹ ਜੀ ਨੇ ਸ਼ਾਇਦ ਉਪਦੇਸ਼ ਦੇਣ ਵਾਸਤੇ ਗੱਲ ਕਹੀ ਕਿ ਸਿੱਖਾ ਤੂੰ ਇੱਕ ਨਹੀਂ ਰੱਖਣਾ। ਇਹ ਰਾਮਪੁਰੇ ਦੀ ਗੱਲ ਹੈ, ਗੁਰਸਰ ਮਹਾਰਾਜ ਦੀ। ਜੋ ਲੱਲਾ ਬੇਗ ਨੂੰ ਮਾਰਿਆ ਗਿਆ, ਉਹਦੇ ਫੌਜੀ ਮਾਰੇ ਗਏ, ਸਿੰਘ ਵੀ ਸ਼ਹੀਦ ਹੋਏ ਛੇਵੇਂ ਪਾਤਸ਼ਾਹ ਜੀ ਦੇ ਨਾਲ। ਕੁਝ ਉਹਨਾਂ ਸਿੱਖਾਂ ਦੀ ਸਰੀਰ ਸੰਭਾਲ ਕੀਤੀ ਗਈ। ਪਾਤਸ਼ਾਹ ਜੀ ਨੇ ਇੱਕ ਵੱਡਾ ਖੂਹ ਪਟਵਾਇਆ ਫਿਰ, ਕਿਉਂਕਿ ਜੇ ਉਹ ਬੰਦੇ ਮਰੇ ਹੋਏ ਉੱਥੇ ਪਏ ਰਹਿੰਦੇ ਤਾਂ ਬਿਮਾਰੀ ਫੈਲ ਜਾਂਦੀ, ਮੁਸ਼ਕ ਫੈਲ ਜਾਂਦਾ। ਤਾਂ ਛੇਵੇਂ ਪਾਤਸ਼ਾਹ ਕਹਿੰਦੇ ਇੱਕ ਵੱਡਾ ਖੂਹ ਪੱਟੋ, ਜਾਂ ਕੋਈ ਪੁਰਾਣਾ ਖੂਹ ਸੀ ਜਾਂ ਦੁਬਾਰਾ ਪਟਵਾਇਆ ਇਹਨ ਮੌਕੇ 'ਤੇ। ਕਹਿੰਦੇ ਜਿੰਨੇ ਮੁਸਲਮਾਨ ਹੈ ਸਾਰੇ ਵਿੱਚ ਦਫਨਾ ਦਿਓ। ਕੋਈ ਸਤਨਾਮ। ਤੋ ਚੱਕ ਚੱਕ ਕੇ ਸਾਰੇ ਮੁਸਲਮਾਨਾਂ ਨੂੰ ਵਿੱਚ ਦਫਨਾਇਆ ਜਾਣ ਲੱਗਿਆ, ਔਰ ਨਾਲ ਹੀ ਕਿਹਾ ਵੀ ਇਹਨਾਂ ਦੇ ਸ਼ਸਤਰ ਵੀ ਨਹੀਂ ਰੱਖਣੇ ਆਪਾਂ, ਜੋ ਵੀ ਇਹਨਾਂ ਦੇ ਸ਼ਸਤਰ ਹੈ, ਬੰਦੂਕ ਹੈ, ਤਲਵਾਰ ਹੈ, ਉਹ ਵੀ ਵਿੱਚ ਸਿੱਟ ਦਿਓ। ਕੋ ਸਤਨਾਮ। ਤੇ ਕਿਸੇ ਇੱਕ ਸਿੱਖ ਨੇ ਲੱਲਾ ਬੇਗ ਦੀ ਤਲਵਾਰ ਲੁਕੋ ਲਈ। ਕੋ ਸਤਨਾਮ। ਜਿਹੜੀ ਉਹ ਜਰਨੈਲ ਦੀ ਸੀਗੀ, ਸੋਨੇ ਦੇ ਮੁੱਠੇ ਵਾਲੀ ਤਲਵਾਰ। ਹੁਣ ਲੰਮਾ ਚੋਲਾ ਹੁੰਦਾ ਹੈ, ਲੰਮੇ ਚੋਲੇ 'ਚ ਹੇਠਲੇ ਪਾਸੇ ਲਮਕਾ ਲਈ, ਅੰਦਰ ਵੀ ਘਰੇ ਲੈ ਜਾਵਾਂਗੇ ਤਾਂ ਸੁੰਦਰ ਹੈ ਯਾਰ, ਕਾਹਨੂੰ ਸਿੱਟਣੀ ਹੈ। ਤੇ ਜਿਸ ਵੇਲੇ ਦਫਨਾਇਆ ਜਾ ਰਿਹਾ ਸੀ, ਆ ਸਾਰਾ ਸਮਾਨ ਵਿੱਚ ਪਾਤਾ, ਤੇ ਜਾਨੀ ਜਾਨ ਨੇ ਸੱਦ ਲਿਆ, ਕਹਿੰਦੇ ਹੋ ਰਿਹਾ ਹਾਂ ਮਹਾਰਾਜ ਤੂੰ ਕੀ ਲੁਕੋਇਆ। ਨਹੀਂ ਜੀ ਕੁਛ ਨਹੀਂ ਲੁਕੋਇਆ। ਕਹਿੰਦੇ ਲੁਕੋਇਆ ਕੱਢ ਕੀ ਹੈ। ਇਹ ਕੁਛ ਨਹੀਂ। ਕਹਿੰਦੇ ਚੰਗਾ ਫਿਰ ਇਹ ਤਲਵਾਰ ਤੁਹਾਡੇ ਪੇਟ ਪੈ ਗਈ, ਹੁਣ ਤੁਹਾਡੀ ਕੁੱਲ ਵਿੱਚ ਕੋਈ ਨਾ ਕੋਈ ਤਲਵਾਰ ਨਾਲ ਮਰਿਆ ਕਰੂਗਾ ਸਾਲ ਬਾਅਦ। ਕੋ ਸਤਨਾਮ। ਲੈ ਜਾ। ਪਰ ਇਹਦਾ ਨੁਕਸਾਨ ਕੀ ਹੋਊ ਅੱਗੇ ਜਾ ਕੇ ਹਿਸਾਬ ਲਾ ਲਾ। ਕੋ ਸਤਨਾਮ। ਹੁਣ ਸਾਧ ਜੇ ਬੋਲੇ ਸਹਿਜ ਸਮਾਏ ਸਾਧਕਾ ਬੋਲਿਆ ਬਿਰਥਾ ਨਾ ਜਾਏ, ਇਹ ਤਾਂ ਫਿਰ ਗੱਲ ਪੱਕੀ ਹੈ। ਤੇ ਵਾਕਿਆ ਹੀ ਉਹਨਾਂ ਦੀ ਕੁੱਲ ਵਿੱਚ ਲਿਖਣ ਵਾਲੇ ਵੇਖਣ ਵਾਲੇ ਦੱਸਦੇ ਹੈ ਕਿ ਕੋਈ ਨਾ ਕੋਈ ਵੱਟ ਪਿੱਛੇ, ਕੋਈ ਡੋਲ ਪਿੱਛੇ, ਕੋਈ ਪਾਣੀ ਪਿੱਛੇ ਲੜਾਈ ਹੋ ਜਾਂਦੀ ਹੈ ਤੇ ਬੰਦਾ ਵੱਢਿਆ ਜਾਂਦਾ। ਕੋ ਸਤਨਾਮ।
ਗੁਰੂ ਕਿਰਪਾ ਕਰਨ। ਕਹਿੰਦੇ ਸਿੱਖਾ ਇਹ ਸਾਰਾ ਪੂਜਾ ਦਾ ਸਮਾਨ ਹੈ, ਤੇ ਪੂਜਾ ਦਾ ਸਮਾਨ ਜਦੋਂ ਮੇਰਾ ਸਿੱਖ ਖਾਵੇਗਾ ਉਹਦੀ ਮੱਤ ਮਾਰੀ ਜਾਊਗੀ, ਉਹਦੇ ਅੰਦਰੋਂ ਵੀਰਤਾ, ਜੋਸ਼, ਉਦਮ ਸਭ ਖਤਮ ਹੋ ਜਾਣਾ ਹੈ। ਸ਼ਾਇਦ ਇਸੇ ਮਾਇਆ ਨੂੰ ਦੇਖ ਕੇ ਮਾਤਾ ਗੁਜਰੀ ਜੀ ਨੇ ਕਿਹਾ ਹੋਣਾ ਵੀ ਪੋਤੇ ਸਿੱਖਾਂ ਨੂੰ ਦੇ ਦੇ ਨਾ, ਇਹ ਗਰੀਬੀ ਹੈ, ਸਿੱਖਾਂ ਦੇ ਘਰੇ ਲੈ ਜਾਣਗੇ। ਪਾਤਸ਼ਾਹ ਕਹਿੰਦੇ ਮਾਤਾ ਜੀ ਥੋੜਾ ਜ਼ਹਿਰ ਮੰਗਾ ਕੇ ਦਿਓ, ਫਿਰ ਮੈਂ ਖਾ ਲੈਣਾ। ਕੋਈ ਸਤਨਾਮ ਪੁੱਤ ਮਰਨਾ ਹੈ, ਕਹਿੰਦੇ ਫਿਰ ਸਿੱਖਾਂ ਨੇ ਮਰਨਾ ਹੈ। ਤੋ ਇਤਨਾ ਸਮਾਨ ਜਿਹੜਾ ਪਾਤਸ਼ਾਹ ਜੀ ਨੇ ਉਸ ਟੋਹੇ ਦੇ ਵਿੱਚ ਸਿੱਟਣਾ ਸ਼ੁਰੂ ਕੀਤਾ ਹੈ, ਪਰ ਉਹ ਭਰਦਾ ਹੀ ਨਹੀਂ। ਉਹਦੇ ਵਿੱਚ ਹੋਰ ਵੀ ਬਹੁਤ ਕੁਝ ਸਿੱਟਿਆ ਜਾ ਰਿਹਾ ਹੈ। ਸਿੱਖ ਦੇ ਲੱਕ ਤੋਂ ਉਹ ਧਾਗਾ ਵੀ ਲਵਾ ਲਿਆ ਹੈ, ਜਿਹੜੀ ਪੰਚ ਸੀ, ਜਿਹੜੀ ਕਿ ਕਮਾਨ ਦੀ ਡੋਰ ਸੀ। बोले सोडे कुल अवतंस, ਇਹ ਪੂਜਾ ਕੀ ਹੈ ਸਭ ਅੰਸ਼। ਸਿੱਖੋ ਇਹ ਚੜਾਵੇ ਦਾ ਮਾਲ ਹੈ। ਇੱਕ ਸਮਾਨ ਸਭ ਸਿੱਖਨ ਕੋ ਹੈ, ਹੀਨ ਬੀਰਤਾ ਕਰਤੀ ਜੋ ਹੈ। ਇਹ ਸਿੱਖੋ ਤੁਹਾਡੇ ਵਾਸਤੇ ਜ਼ਹਿਰ ਦੇ ਸਮਾਨ ਹੈ, ਇਹ ਤੁਹਾਨੂੰ ਹੀਨ ਬੀਰਤਾ ਭਾਵ ਜੋਸ਼ ਤੋਂ ਖਾਲੀ ਕਰ ਦੇਵੇਗੀ। ਦੋਨੋਂ ਲੋਕਨ ਕਰਤ ਬਿਗਾਰ, ਲੈਨਹਾਰ ਕੀ ਪੁੰਨ ਨਿਭਾਰ। ਔਰ ਇਹ ਦੋਨਾਂ ਲੋਕਾਂ ਦੇ ਵਿੱਚ ਨੁਕਸਾਨ ਕਰਦੀ ਹੈ, ਇੱਥੇ ਵੀ ਤੇ ਅੱਗੇ ਵੀ। ਜਿਹੜਾ ਇਹ ਪੂਜਾ ਦਾ ਚੜਾਵਾ ਖਾਵੇਗਾ ਉਹਦੇ ਸਾਰੇ ਪੁੰਨ, ਚੰਗੇ ਕਰਮ, ਨਿਤਨੇਮ ਆਦਿ ਸਭ ਖਤਮ ਹੋ ਜਾਵੇਗਾ। ਤੇ ਜਦੋਂ ਮਸੰਦਾਂ ਨੇ ਇਹ ਕੰਮ ਸ਼ੁਰੂ ਕੀਤਾ ਤੇ 10ਵੇਂ ਪਾਤਸ਼ਾਹੀ ਨੂੰ ਪਤਾ ਲੱਗਿਆ ਬਈ ਇਹ ਤਾਂ ਨੁਕਸਾਨ ਕਰਦੇ ਹੈ, ਇਹਨਾਂ ਦੀ ਮੱਤ ਮਾਰੀ ਗਈ। ਜਾ ਕੇ ਸੰਗਤ ਤੋਂ ਧੱਕੇ ਦੇ ਨਾਲ ਵਸਤੂਆਂ ਮੰਗਦੇ ਹੈ ਔਰ ਉਹਦੇ ਵਿੱਚੋਂ ਇਹ ਕੁੰਡੀ ਲਾਉਂਦੇ ਹੈ। ਤੇ ਫਿਰ ਪਾਤਸ਼ਾਹ ਜੀ ਨੇ ਉਹਨਾਂ ਮਸੰਦਾਂ ਦਾ ਹੀ ਸਮਾਪਤੀ ਕਰ ਦਿੱਤੀ ਵੀ ਅੱਜ ਤੋਂ ਬਾਅਦ ਸਾਡਾ ਕੋਈ ਏਜੰਟ ਨਹੀਂ, ਕੋਈ ਮਸੰਦ ਨਹੀਂ। ਜਿਹੜੇ ਬਹੁਤੇ ਵਿਗੜ ਚੁੱਕੇ ਸੀ ਉਹਨਾਂ ਤਾਂ ਤੇਲ ਵਿੱਚ ਸਾੜ ਕੇ ਖਤਮ ਕੀਤਾ। ਕੋਈ ਸਤਨਾਮ। ਗੁਰੂ ਕਿਰਪਾ ਕਰਨ, ਲੰਗਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਣ, ਹੱਡ ਭੰਨਣ, ਮੱਤ ਮਾਰਨ, ਕੰਮ ਕਰਨ ਨਾ ਦੇਣ, ਜੇ ਸੇਵਾ ਸਿਮਰਨ ਤੋਂ ਬਗੈਰ ਖਾਓਗੇ। ਕਹੋ ਸਤਨਾਮ। ਦੂਜੇ ਪਾਤਸ਼ਾਹ ਜੀ ਦੇ ਕੋਲ ਇੱਕ ਮਨੁੱਖ ਰਹਿੰਦਾ ਹੈ, ਬਾਬਾ ਬੁੱਢਾ ਜੀ। ਸਿੱਖ ਜਿਹੜੇ ਹਨ ਸਿਆਣੇ, ਉਹਨੂੰ ਕਹਿੰਦੇ ਆ ਭਾਈ ਸਾਹਿਬ ਮਾੜਾ ਮੋਟਾ ਕੰਮ ਵੀ ਕਰ ਲਿਆ ਕਰ ਯਾਰ, ਲੱਕੜਾਂ ਲਿਆਇਆ ਕਰ ਲੰਗਰ ਵਾਸਤੇ, ਕੋਈ ਪਾਣੀ ਪੂਣੀ ਭਰ ਦਿਆ ਕਰ। ਤੂੰ ਤੜਕੇ ਰੋਟੀਆਂ ਖਾਣਾ, ਟਾਹਲੀ ਥੱਲੇ ਪੈ ਜਾਣਾ, ਦੁਪਹਿਰੇ ਫੇਰ 2-4 ਰਗੜੇ ਉਹਨਾਂ ਹੱਥ ਨੇ ਫੇਰ ਖਾ ਲੈਣੇ। ਕਹਿੰਦਾ ਮੈਂ ਨਹੀਂ ਕਰਦਾ, ਜਿੱਦੇ ਗੁਰੂ ਸਾਹਿਬ ਹੁਕਮ ਲਾਉਣਗੇ ਉਦੋਂ ਹੀ ਕਰੂੰਗਾ। ਕਹੋ ਸਤਨਾਮ। ਕਈ ਵਾਰੀ ਬਾਬਾ ਬੁੱਢਿਆਂ ਨੇ ਕਿਹਾ, ਪਰ ਉਹ ਵਿਹਲੀਆਂ ਰੋਟੀਆਂ ਤੋੜਦਾ ਲੰਗਰ ਦੀਆਂ, ਪਰ ਕੰਮ ਕੋਈ ਨਾ ਕਰਦਾ। ਇੱਕ ਦਿਨ ਕੁਦਰਤੀ ਇਸ ਪਾਤਸ਼ਾਹ ਦੇ ਸਾਹਮਣੇ ਬੈਠਾ ਸੀਗਾ। ਪਾਤਸ਼ਾਹ ਦੀ ਨਿਗਾਹ ਪਈ, ਕਹਿੰਦੇ ਉਹ ਸਿੱਖਾ ਕੋਈ ਸੇਵਾ ਵੀ ਕਰ ਲਿਆ ਕਰ, ਕੋਈ ਸਿਮਰਨ ਭਜਨ ਕਰ ਲਿਆ ਕਰ, ਖਾ ਕੇ ਰੋਟੀਆਂ ਸੌਂ ਜਾਂਦਾ, ਤੂੰ ਘੱਟੋ ਘੱਟ ਬਾਣੀ ਪੜ੍ਹਿਆ ਕਰ, ਕੋਈ ਕੰਮ ਕਰਿਆ ਕਰ। ਕਹਿੰਦੇ ਤੁਸੀਂ ਕਦੇ ਕਿਹਾ ਹੀ ਨਹੀਂਗਾ। ਕਹਿੰਦੇ ਬੁੱਢੇ ਵਰਗਿਆਂ ਨੇ ਕਿੰਨੇ ਵਾਰੀ ਕਿਹਾ ਤੈਨੂੰ? ਉਹਨਾਂ ਨੇ ਕੀ ਜਵਾਬ ਦਿੰਦਾ ਜਦੋਂ ਗੁਰੂ ਸਾਹਿਬ ਕਹਿਣਗੇ ਜਾ ਮੈਂ ਤਾਂ ਕਹਿਣਾ ਅੱਗ ਲਾ ਕੇ ਮੱਚ ਜਾ ਪਰੇ। ਕਹੋ ਸਤਨਾਮ। ਜੰਗਲ ਵਿੱਚ ਜਾ, ਚਿਖਾ ਬਣਾ ਤੇ ਮੱਚ ਜਾ। ਹੁਣ ਕਿਵੇਂ ਬਚਨ ਮੋੜੇ? ਨਾ ਮਾਫੀ ਮੰਗੀ। ਇੰਨਾ ਬਚਨ ਸੁਣ ਕੇ ਤੁਰ ਗਿਆ ਜੰਗਲ ਨੂੰ, ਜਾ ਕੇ ਲੱਕੜਾਂ ਇਕੱਠੀਆਂ ਕਰ ਲਈਆਂ, ਚਿਖਾ ਬਣਾ ਲਈ। ਚਿਖਾ ਬਣਾਉਣ ਤੋਂ ਬਾਅਦ ਉਹਦੇ ਦੁਆਲੇ ਦੁਆਲੇ ਤੁਰਿਆ ਫਿਰਦਾ, ਵਿੱਚ ਛਾਲ ਨਹੀਂ ਮਾਰ ਸਕਦਾ ਅੱਗ ਦੇ। ਇਤਨੇ ਕਿਸੇ ਚੋਰ ਨੇ ਰਾਜੇ ਦੇ ਚੋਰੀ ਕੀਤੀ ਸੀ ਤੇ ਚੋਰੀ ਦਾ ਮਾਲ ਉਹਦੇ ਕੋਲ ਸੀ, ਥੈਲੇ ਵਿੱਚ ਜਾਂ ਗਠੜੀ 'ਚ ਭੱਜਿਆ ਆ ਰਿਹਾ ਸੀ, ਮਗਰ ਲੋਕ ਲੱਗੇ ਸੀ, ਵਿੱਥ ਕਾਫੀ ਪੈ ਗਈ ਸੀ। ਚਿਖਾ ਦੇ ਕੋਲੇ ਪਹੁੰਚ ਗਿਆ। ਉੱਥੇ ਬੰਦੇ ਨੂੰ ਖੜਾ ਦੇਖ ਕੇ, ਕੀ ਗੱਲ ਭਾਈ ਸਾਹਿਬ ਕੋਈ ਮਰ ਗਿਆ? ਕਹਿੰਦੇ ਨਹੀਂ ਯਾਰ ਮਰਿਆ ਤਾਂ ਨਹੀਂ। ਫਿਰ ਤੂੰ ਇਕੱਲਾ ਕਿਵੇਂ ਖੜਾ ਇੱਥੇ, ਕੀ ਹੋ ਗਿਆ? ਹੋਰ ਕੋਈ ਦਿਸਦਾ ਨਹੀਂ। ਕਹਿੰਦਾ ਗੱਲ ਆ ਯਾਰ, ਮੈਂ ਦੂਜੇ ਪਾਤਸ਼ਾਹ ਦਾ ਸਿੱਖ ਹਾਂ। ਫਿਰ ਬਸ ਅੱਜ ਗੁਰੂ ਸਾਹਿਬ ਮੈਨੂੰ ਕਹਿੰਦੇ ਚਿਖਾ ਬਣਾ ਕੇ ਸੜ ਜਾ। ਤੇ ਕਹਿੰਦੇ ਫਿਰ? ਕਹਿੰਦਾ ਭਰਾਵਾ ਅੱਗ 'ਚ ਕੌਣ ਵੜੇ? ਉਹਨੇ ਸੋਚਿਆ ਵੀ ਰਾਜੇ ਦੇ ਬੰਦਿਆਂ ਨੇ ਫੜ ਲਿਆ ਤਾਂ ਮਾਰ ਹੀ ਦੇਣਾ ਕੁੱਟ-ਕੁੱਟ ਕੇ, ਕਿਉਂ ਨਾ ਗੁਰੂ ਦੇ ਬਚਨਾਂ ਰਾਹੀਂ ਮਰ ਜਾਈਏ, ਸ਼ਾਇਦ ਪਾਪਾਂ ਤੋਂ ਮੁਕਤੀ ਹੋ ਜੇ। ਕੋ ਸਤਨਾਮ। ਉਹਨੂੰ ਕਹਿੰਦਾ ਆਏ ਕਰ ਫਿਰ, ਇਹ ਬਚਨ ਦੇ ਤੂੰ ਮੈਨੂੰ, ਤੇ ਆਹ ਫੜ ਸਮਾਨ, ਸੋਨਾ ਚਾਂਦੀ ਹੀਰੇ ਜਵਾਹਰਾਤ ਮੈਂ ਲਿਆਂਦੇ ਆ। ਉਹ ਤਾਂ ਬਾਗੋ ਬਾਗ ਹੋ ਗਿਆ ਵੀ ਆ ਤਾਂ ਨਜ਼ਾਰਾ ਹੀ ਆ ਗਿਆ, ਨਾਲੇ ਮੌਤ ਤੋਂ ਬਚ ਗਏ ਤੇ ਨਾਲੇ ਸਮਾਨ ਮਿਲ ਗਿਆ। ਉਹਨੂੰ ਸਮਾਨ ਫੜਾਇਆ ਤੇ ਉਹਨੇ ਕਰਕੇ ਅੱਖਾਂ ਬੰਦ, ਚਿਖਾ 'ਚ ਮਾਰੀ ਛਾਲ ਤੇ ਮੱਚ ਕੇ ਖਤਮ ਹੋ ਗਿਆ। ਉਹ ਤਾਂ ਚਲਿਆ ਗਿਆ ਸੱਚਖੰਡ ਨੂੰ, ਗੁਰੂ ਦੇ ਬਚਨਾਂ ਤੇ ਜੀਵਨ ਛੱਡ ਗਿਆ।
ਪਰ ਇੰਨੇ ਬਾਹਰ ਵਾਲੇ ਪਹੁੰਚ ਗਏ। ਇਹ ਘੁੰਮਦਾ ਹੀ ਫਿਰਦਾ ਸੀਗਾ ਤੇ ਆ ਕੇ ਫੜ ਲਿਆ ਬਾਹੋਂ, ਕਹਿੰਦੇ ਆ ਗਿਆ ਚੋਰ। ਉਹ ਕਹਿੰਦਾ ਬਈ ਮੈਂ ਚੋਰ ਨਹੀਂ ਹੈਗਾ, ਕਿਉਂ ਮਾਲ ਤੇਰੇ ਕੋਲੋਂ ਬਰਾਮਦ ਹੋਇਆ, ਹੋਰ ਕੌਣ ਚੋਰ ਹੈ? ਚੋਰ ਤਾਂ ਸੜਕੇ ਮੱਚ ਗਿਆ। ਐ ਕਿ ਬੰਦਾ ਮਾਜੂ ਸੜਕੇ ਹੈ, ਕੌਣ ਮੰਨੇ ਵੀ ਆਪਦੀਆਂ ਮੱਚ ਗਿਆ। ਫੜ ਕੇ ਉਹਨੂੰ ਵਾਪਸ ਲੈ ਗਏ ਰਾਜੇ ਕੋਲ, ਕਹਿੰਦੇ ਜੀ ਆਹ ਚੋਰ ਹੈ, ਮਾਲ ਇਹ ਤੋਂ ਬਰਾਮਦ ਹੋਇਆ। ਕਹਿੰਦੇ ਅੱਛਾ ਚਲੋ ਚੌਂਟੇ ਦੇ ਵਿੱਚ ਇਹਨੂੰ ਫਾਂਸੀ ਦੇ ਦਿਓ। ਕੋ ਸਤਨਾਮ ਸੀ ਮਾਰਤਾ। ਇਸ ਕਰਕੇ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਵਿੱਚ ਉਪਦੇਸ਼ ਹਨ। ਪ੍ਰੀਤਮ ਜੀ ਕਹਿੰਦੇ ਸਿੱਖੋ ਇਹ ਜ਼ਹਿਰ ਸਮਾਨ ਹੈ ਤੁਹਾਡੇ ਲਈ। ਜਪ ਤਪ ਐ ਚਲੇ ਤੇ ਸੁਪਾਏ, ਬੋਲ ਤੀਲ ਤੇ ਜਿਲ ਜਮ ਜਾਏ। ਇਹ ਮਾਲ ਖਾਣ ਵਾਲਿਆਂ ਦਾ ਜਪ ਤਪ ਇਉਂ ਖਤਮ ਕਰ ਦੂਗਾ ਜਿਵੇਂ ਅਸੀਂ ਪੈਪ ਨਾਲ ਪਾਣੀ ਖਿੱਚ ਲੈਂਦੇ ਆ, ਜਾਂ ਜਿਵੇਂ ਪੈਪ ਦੇ ਵਿੱਚ ਦੀ ਪਾਣੀ ਚਲਿਆ ਜਾਂਦਾ ਹੈ। ਇਉਂ ਤੁਹਾਡੇ ਜਪ ਤਪ ਨੂੰ ਇਹ ਮਾਲ ਖਤਮ ਕਰ ਦੂਗਾ। ਜਿਹੜਾ ਇਹਨੂੰ ਕੱਲਾ ਖਾਵੇਗਾ, ਚੋਰੀ ਕਰਕੇ ਖਾਵੇਗਾ, ਪੂਜਾ ਦੇ ਚੜਾਵੇ ਦੇ ਮਾਲ ਨੂੰ। ਇਤੇ ਆਦਿਕ ਕਰੋ ਵਿਵੇਕ, ਔਗਣ ਇਸਮੇ ਲਖੋ ਅਨੇਕ। ਇਸ ਤੋਂ ਵਿਵੇਕ ਕਰੋ, ਭਾਵੇਂ ਇਸ ਤੋਂ ਬਚੋ। ਵਿਵੇਕ ਦਾ ਮਤਲਬ ਹੁੰਦਾ ਹੈ ਬਚਣਾ, ਮਾੜੇ ਕੰਮਾਂ ਤੋਂ ਬਚਣਾ, ਇਹਨਾਂ ਕੰਮਾਂ ਤੋਂ ਬਚੋ। ਸੁਣਤ ਸਿੱਖ ਸੋ ਥਰ ਹਰ ਕਾਪਾ, ਚਰਨ ਪਰਿਓ ਬਖਸ਼ਾਵਨ ਆਪਾ। ਪੈਰੀ ਪੈ ਗਿਆ, ਕਹਿੰਦਾ ਜੀ ਮਾਫ ਕਰ ਦਿਓ। ਪ੍ਰਭੂ ਲਗਿਓ ਅਬ ਬਰਾਬਰ ਸ਼ਰਣੀ, ਮਾਫ ਅਵਗਿਆ ਏ ਮਮ ਕਰਨੀ। ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਇਹ ਗਲਤੀ ਮਾਫ ਕਰ ਦਿਓ। ਰਾਮ ਗਰੀਬ ਨਵਾਜ ਤੁਮਾਰਾ, ਅਦਮ ਉਦਾਹਰਣ ਬਿਰਦ ਤੁਮਾਰਾ। ਤੁਸੀਂ ਤਾਂ ਵੱਡੇ ਵੱਡੇ ਪਾਪੀਆਂ ਨੂੰ ਉਤਾਰ ਦਿਓ ਮਹਾਰਾਜ, ਤੁਸੀਂ ਤਾਂ ਗਰੀਬ ਨਵਾਜ ਹੋ। ਤੁਹਾਡੇ ਉਪਦੇਸ਼ ਤੋਂ ਸਮਝ ਆਈ ਕਿ ਬਹੁਤ ਵੱਡੀ ਗਲਤੀ ਆ ਮੇਰੀ ਇਹ। ਸੁਣ ਸ਼੍ਰੀ ਮੁਕਤੇ ਹੁਕਮ ਬਖਾਨਾ, ਤਿਆਗੋ ਪੰਚ ਧਰੋ ਇਸ ਥਾਨ। ਖੋਲ ਫਿਰ ਰੱਸੀ, ਲੱਕ ਦੇ ਨਾਲੋਂ ਕਹਿੰਦੇ ਲਾਹ ਬਾਹਰ ਕੱਢ। ਇਹ ਖੋਲ ਰੱਸੀ ਤੇ ਸਿੱਟੇ ਦੇ ਵਿੱਚ ਟੋਹੇ ਦੇ ਉਹ ਰੱਸੀ ਦੀ ਕਢਾ ਕੇ ਸਟਾ ਦਿੱਤੀ ਹੈ। ਹੋਰ ਕੀ ਹੋਇਆ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੂਈ ਅੱਗੇ ਜਾ ਰਹੀ ਹੈ, ਵਿਚਾਰਾਂ ਇੱਥੇ ਹੀ ਰੁਕਦੇ ਆ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ। ਸੁਣ ਸਾਖੀ ਮਨ ਜਾ ਪਿਆਰ। ਸਾਖੀਆਂ ਸੁਣਨ ਦਾ ਮਕਸਦ ਹੈ ਕਿ ਤੁਸੀਂ ਸਾਰੇ ਹੀ ਅਗਰ ਕੋਈ ਇਹੋ ਜਿਹੀਆਂ ਗਲਤੀਆਂ ਕਰਦੇ ਆ ਤਾਂ ਉਹਨਾਂ ਨੂੰ ਛੱਡ ਕੇ ਆਪਣਾ ਜੀਵਨ ਸੁਧਾਰੀਏ। ਗੁਰੂ ਕਿਰਪਾ ਕਰਨ ਔਰ ਸਾਨੂੰ ਬਖਸ਼ ਲੈਣ, ਸਾਡੀਆਂ ਇਹੋ ਜਿਹੀਆਂ ਗਲਤੀਆਂ ਨੂੰ ਮਾਫ ਕਰਕੇ ਅਗਾਹਾਂ ਤੋਂ ਸਮੱਤ ਬਖਸ਼ਣ। ਵਿਚਾਰਾਂ ਇੱਥੇ ਹੀ ਰੋਕਦੇ ਆ। हे अच्युत हे पार ब्रह्म अविनाशी अविनाश। हे पूरन हे सर्व मैं पंचन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे हो बनहार। हे संत कै सदा संग दारा आधार। हे ठाकुर हों दास रो निर्गुण गुण नहीं कोई। नानक दीजै नाम दान राखो ये परोए। आए प्रभ शरणागति कृपा निध दयाल। एक अखर हर मन बसत नानक होत निहाल। एक ओंकारा सतगुरु ते प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह विघ्न है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਹਾਜ਼ਰੀ